ਤੁਹਾਨੂੰ ਮੁਬਾਰਕਾਂ। ਤੁਸੀਂ ਵੀ ਸਾਡੇ ਵੋਟਰ ਹੋ। ਸਭ ਤੋਂ ਪਹਿਲਾਂ ਤੁਹਾਨੂੰ ਹੀ ਅਪੀਲ ਕਰਦੇ ਹਾਂ, ਅੱਛਾ ਵੋਟ ਪਾਇਓ ਜ਼ਰੂਰ। ਇਹ ਨਹੀਂ ਜਿਹਨੂੰ ਮਰਜ਼ੀ ਪਾਇਓ, ਪਰ ਐਤਕੀ ਤੁਸੀਂ ਵੀ ਪਾਇਓ ਜ਼ਰੂਰ। ਹੁਣ ਫੇਰ ਹਾਰ ਜਾਂਦੇ ਹੋ, ਅਗਲੀ ਵਾਰ ਟਿਕਟ ਨਹੀਂ ਮੰਗੋਗੇ? ਬਾਈ ਚੰਗਾ ਬੋਲਣਾ ਮੂੰਹ ਤੋਂ। ਬਾਈ ਜੀ ਇਹ ਕਿੰਨੀ ਕੁ ਜੱਦੋ ਜਹਿਦ ਕਰਨੀ ਪਈ? ਟਿਕਟ ਵਾਲੀ ਗੱਲ ਨਹੀਂ, ਮੈਨੂੰ ਲੱਗਾ ਵੀ ਕਦੀ ਕੋਈ ਡਾਊਟ ਸੀਗਾ। ਤੇ ਜੇਕਰ ਕੋਈ ਹੋਰ ਬਰਿੰਦਰ ਢਿੱਲੋਂ ਨੂੰ ਛੱਡ ਕੇ ਕਿਸੇ ਹੋਰ ਦਾ ਨਾਮ ਅਨਾਉਂਸ ਕੀਤਾ ਜਾਂਦਾ, ਸੁਖਵਿੰਦਰ ਸਿੰਘ ਵਿਸਕੀ ਨਾਂ ਦਾ ਵੀ ਬਹੁਤ ਚਰਚਾ ਦੇ ਵਿੱਚ ਹੈ, ਕਹਿ ਰਹੇ ਨੇ, ਤੇ ਤੁਸੀਂ ਫਿਰ ਸਮਰਥਨ ਕਰੋਗੇ ਜੀ? ਚਾਹੇ ਉਹ ਤੁਸੀਂ ਹੋ, ਚਾਹੇ ਉਹ ਵਿਸਕੀ ਹੋਵੇ, ਚਾਹੇ ਉਹ ਆਪਣਾ ਸਕੌਚ ਹੋਵੇ, ਚਾਹੇ ਕੋਈ ਵੀ ਹੋਵੇ, ਮੈਂ ਉਹਨਾਂ ਦੀ ਪੂਰੀ ਬਕਾਇਦਾ ਮਦਦ ਜਿਹੜੀ ਆ ਠੋਕ ਕੇ ਕਰਾਂਗਾ। ਜੇ ਡਾਊਟ ਨਾ ਹੁੰਦਾ ਤੁਹਾਨੂੰ ਤਾਂ ਤੁਸੀਂ ਮੈਨੂੰ ਉਸ ਦਿਨ ਇੰਟਰਵਿਊ ਦੇ ਵਿੱਚ ਸਿੱਧਾ ਕਹਿਣਾ ਸੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਜੇ ਟਿਕਟ ਕਿਸੇ ਹੋਰ ਨੂੰ ਮਿਲ ਜੇ। ਮੈਂ ਤੁਹਾਨੂੰ ਪੁੱਛਿਆ ਸੀ ਵੀ ਜੇ ਵਿਸਕੀ ਨੂੰ ਟਿਕਟ ਮਿਲ ਗਈ ਜਾਂ ਅਸ਼ਵਨੀ ਜੀ ਨੂੰ ਮਿਲ ਗਈ, ਤੁਸੀਂ ਕਹਿੰਦੇ ਚਾਹੇ ਵਿਸਕੀ ਨੂੰ ਮਿਲ ਜੇ ਚਾਹੇ ਮਿਲ ਜੇ ਸਕੌਚ ਨੂੰ, ਖੁੱਲ੍ਹ ਕੇ ਮਦਦ ਕਰਾਂਗੇ। ਪਰ ਜੇ ਡਾਊਟ ਸੀ ਤਾਂ ਹੀ ਕਿਹਾ ਸੀ ਤੁਸੀਂ। ਨਹੀਂ ਤੁਸੀਂ ਯੂਥ ਦੀ ਗੱਲ ਕੀਤੀ ਆ, ਜਦੋਂ ਟਿਕਟਾਂ ਬਣਨੀਆਂ ਸੀਗੀਆਂ ਤਾਂ ਪਹਿਲਾਂ ਤਾਂ ਇਹ ਕਹਿੰਦੇ ਰਹੇ ਵੀ ਜਿਹੜੀ ਹੈਗੀ 35-40% ਜਿਹੜਾ ਯੂਥ ਨੂੰ ਇਸ ਵਾਰ ਟਿਕਟਾਂ ਦਿੱਤੀਆਂ ਜਾਊਗੀਆਂ, ਪਰ ਯੂਥ ਘੱਟ ਦਿਸ ਰਿਹਾ, ਉਹ ਲੋਕ ਜ਼ਿਆਦਾ ਦਿਸ ਗਏ ਜਿਹੜੇ ਪਹਿਲਾਂ ਇਹ ਲੱਗਦਾ ਸੀ ਵੀ ਹੁਣ ਇਹ ਸਿਆਸਤ ਤੋਂ ਇਹਨਾਂ ਦੇ ਸੰਨਿਆਸ ਲੈਣ ਦਾ ਟਾਈਮ ਆ ਗਿਆ, ਉਹਨਾਂ ਨੂੰ ਵੀ ਟਿਕਟਾਂ ਦੇ ਦਿੱਤੀਆਂ ਗਈਆਂ। ਪਟਿਆਲੇ ਤੋਂ ਬ੍ਰਹਮਿੰਦਰ ਜੀ ਦੇ ਨੂੰ ਰਿਟਾਇਰ ਕਰਕੇ ਉਹਨਾਂ ਦੇ ਬੇਟੇ ਨੂੰ ਦਿੱਤੀ ਟਿਕਟ। ਪਰਿਵਾਰ ਸੁਨੀਲ ਜਾਖੜ ਜੀ ਦੇ ਭਤੀਜੇ ਨੂੰ ਦੇ ਦਿੱਤੀ। ਇੱਕ ਮਿੰਟ ਹਾਂਜੀ, ਫਿਰ ਮਤਲਬ ਦੇਖੋ, ਹੋਰ ਤੁਹਾਨੂੰ ਗਿਣਾ ਦਿੰਦਾ ਵੀ ਜਿਹੜੇ ਬੰਦੇ ਬਿਨਾਂ ਪੋਲੀਟੀਕਲ ਬੈਕਗ੍ਰਾਉਂਡ ਤੋਂ ਦਾਮਨ ਦੀ ਸੁਨਾਮ ਤੋਂ ਟਿਕਟ ਮੰਗ ਰਹੇ ਆ। ਜਦੋਂ ਤੁਹਾਡੇ 'ਚ ਬਿਨਾਂ ਪੋਲੀਟੀਕਲ ਬੈਕਗ੍ਰਾਉਂਡ ਤੋਂ ਬੰਦੇ ਆ ਜਾਣ ਉਦੋਂ ਠੀਕ ਹੈ, ਉਦੋਂ ਤੁਸੀਂ ਗਣਾਉਂਦੇ ਹੋ, ਤੇ ਜਦੋਂ ਦੂਜੇ ਚਾਰ ਵੇ ਫਿਰ ਕਹਿ ਦਿੰਦੇ ਆ ਵੀ ਇਹਨਾਂ ਦਾ ਪੋਲੀਟੀਕਲ ਬੈਕਗ੍ਰਾਉਂਡ ਕੀ ਹੈ, ਇਹ ਕਿੱਥੇ ਤੇ ਕਿੱਥੋਂ ਵਿਕਾਸ ਕਰ ਲੈਣਗੇ। ਜਿਹੜੀ ਸਾਰੀਆਂ ਉਮੀਦਵਾਰਾਂ ਦੀ 86 ਉਮੀਦਵਾਰਾਂ ਦੀ ਲਿਸਟ ਆਈ ਹੈ, ਸਾਰਿਆਂ ਦੇ ਨਾਲ ਸਹਿਮਤ ਹੋ? ਠੀਕ ਮਿਲੀਆਂ ਸਾਰਿਆਂ ਨੂੰ ਟਿਕਟਾਂ? ਦੇਖੋ ਮੇਰਾ ਇੱਥੇ ਇਤਿਹਾਸ ਖੇਤਰ ਬਾਈ ਜੀ ਯੂਥ ਨੂੰ ਰਿਪਰੈਜ਼ੈਂਟ ਕਰਦੇ ਨਹੀਂ, ਦੇਖੋ ਮੈਂ ਕਰਦਾ ਵਾਂ, ਲੇਕਿਨ ਜਦੋਂ ਪਾਰਟੀ ਨੇ ਟਿਕਟ ਦੇ ਦਿੱਤੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ। ਮਾਨਸਾ ਤੋਂ ਕਿਹਨੂੰ ਸਪੋਰਟ ਕਰੋਗੇ? ਫਿਰ ਸਿੱਧੂ ਮੂਸੇਵਾਲੇ ਨੂੰ ਕਹੋਗੇ ਵੀ ਵੋਟਾਂ ਪਾਓ ਨੂੰ? ਮੇਰੀ ਉੱਥੇ ਦੇਖੋ, ਮੈਂ ਤਾਂ ਜਸਪਿੰਦਰ ਤੇ ਇਹ ਸਾਰਾ, ਮੇਰੀ ਏਡੀ ਰੀਚ ਨਹੀਂ ਹੈਗੀ ਵੀ ਮੈਂ ਇਹ ਕਹਾਂ ਵੀ ਮੈਂ ਸਾਰੇ ਪੰਜਾਬ 'ਚ ਕਰ ਸਕਦਾ। ਸਿੱਧੂ ਦੀ ਜ਼ਰੂਰ ਰੀਚ ਹੈਗੀ। ਪੰਜਾਬ ਦੇ ਪ੍ਰਧਾਨ ਕਿਵੇਂ ਤੁਸੀਂ ਨਹੀਂ ਜੇ ਤੁਹਾਡੀ ਰੀਚ ਨਹੀਂ? ਅਸੀਂ ਸਮਰਪਿਤ ਹਾਂ ਔਰ ਉਹਨਾਂ ਨੂੰ ਵੋਟ ਪਾਉਣ ਨੂੰ ਕਵਾਂਗੇ। ਮੇਰੇ ਵਾਸਤੇ ਉਹ ਮੈਟਰ ਨਹੀਂ ਕਰਦਾ ਵੀ ਉਹ ਕੌਣ ਹੈਗਾ ਵਾ। ਫਿਰ ਮੇਰੇ ਵਾਸਤੇ ਤੁਸੀਂ ਇੱਕ ਗੱਲ ਇਹ ਕਹੀ ਸੀਗੀ ਉੱਥੇ ਜਾ ਕੇ ਬਈ ਸਿੱਧੂ ਮੂਸੇਵਾਲਾ ਠੀਕ ਹੈ, ਤੂੰ ਬਹੁਤ ਫੇਮਸ ਬੰਦਾ ਹੈ, ਪਰ ਨੌਜਵਾਨ ਦੇ ਹੱਕ ਦੇ ਉੱਤੇ ਡਾਕਾ ਨਾ ਮਾਰ। ਤੇ ਜਿਸ ਨੌਜਵਾਨ ਦੇ ਉੱਤੇ ਡਾਕਾ ਵੱਜ ਚੁੱਕਿਆ ਤੁਹਾਡੇ ਮੁਤਾਬਕ, ਤੇ ਉਹ ਹੁਣ ਡਾਕੇ ਮਾਰਨ ਵਾਲਿਆਂ ਦੇ ਵੀ ਜਿਨ੍ਹਾਂ ਨੇ ਲੋਕਾਂ ਦੇ ਹੱਕ ਖਾ ਲਏ, ਉਹਨਾਂ ਨੂੰ ਟਿਕਟਾਂ ਪਾਉਣ ਲਈ ਚਾਹੇ ਤੁਹਾਡੀ ਪਾਰਟੀ ਇਮਾਨਦਾਰ ਬੰਦਾ ਤਾਂ ਚਾਹੇ ਆਪਣੀ ਪਾਰਟੀ, ਉਹ ਤਾਂ ਲੜ ਜਾਂਦਾ ਜੀ ਇਮਾਨਦਾਰੀ ਨਾਲ। ਕਹਿੰਦੇ ਸਿੱਧੂ ਮੂਸੇਵਾਲਾ ਭਾਈ ਤੇਰੀ ਚੜਾਈ ਆ, ਸਾਰੇ ਕਹਿੰਦੇ ਪੰਜਾਬ ਤੇਰੀ ਚੜਾਈ ਆ, ਸਾਰੇ ਪਾਰਟੀ ਕਹਿੰਦੀ ਵੀ ਪਾਰਟੀ ਨੂੰ ਫਾਇਦਾ ਹੋਊਗਾ। ਮੈਂ ਤੈਨੂੰ ਪਤਾ ਨਹੀਂ ਉਮਰ 'ਚ ਵੱਡਾ ਛੋਟਾ, ਤੈਨੂੰ ਅਪੀਲ ਕਰਦੇ ਆ, ਤੂੰ ਜੀ ਸਦਕੇ ਪਾਰਟੀ ਦਾ ਫਾਇਦਾ ਕਰ, ਲੇਕਿਨ ਕਿਸੇ ਨੌਜਵਾਨ ਦੇ ਹੱਕ ਦੇ ਉੱਤੇ ਡਾਕਾ ਮਾਰਨਾ ਇਹ ਕੋਈ ਗੱਲ ਨਹੀਂ ਬਣਦੀ। ਮੈਂ ਤਾਂ ਅੱਜ ਵੀ ਇਹ ਗੱਲ ਕਹਿੰਦਾ ਵੀ ਜਸਪਿੰਦਰ ਦਾ ਹੱਕ ਮਾਰਿਆ ਗਿਆ, ਠੀਕ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਹੁਣ ਹੱਕ ਮਾਰ ਲਿਆ ਤੇ ਹੁਣ ਅਸੀਂ ਠੋਕਣ ਚੱਲ ਪਈਏ ਦੂਜੇ ਪਾਸੇ ਨੂੰ। ਜਸਪਿੰਦਰ ਫਿਰ ਹੁਣ ਸਹਿਮਤ ਹੋ ਗਿਆ ਤੁਹਾਡੇ ਨਾਲ? ਮੈਂ ਜਸਪਿੰਦਰ ਨਾਲ ਮੇਰੀ ਗੱਲ ਨਹੀਂ ਹੋਈ, ਉਹ ਜਸਪਿੰਦਰ ਦਾ ਫੈਸਲਾ ਵਾ, ਜੋ ਵੀ ਉਹਦਾ ਫੈਸਲਾ ਹੋਊਗਾ ਦਾ ਸਤਿਕਾਰ ਆ। ਮਤਲਬ ਕਿ ਤੁਸੀਂ ਜਸਪਿੰਦਰ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਦਿਲਾਸਾ ਵੀ ਨਹੀਂ ਦਿੱਤਾ ਵੀ ਚੱਲ ਕੋਈ ਨਾ ਯਾਰ ਤੁਹਾਡੀ ਗੱਲ ਨਹੀਂ ਹੋਈ ਜੀ? ਕਿਉਂ ਤੁਸੀਂ ਐ ਸੋਚਦੇ ਹੋ? ਤੁਸੀਂ ਕਿਆ ਕਰੋ, ਚਲੋ ਜਸਪਿੰਦਰ ਨੂੰ ਫੋਨ ਲਾਓ। ਉਹ 111 ਦਿਨਾਂ ਨੂੰ ਵੋਟ 111 ਦਿਨ ਕਿਉਂ ਦੇਖੀ ਜਾਂਦੇ ਹੋ? ਪਿਛਲੇ ਹੁਣ ਜਿਹੜੇ ਬੰਦੇ ਸਾਡੇ ਨਾਲ ਨਹੀਂ ਰਹੇ ਭਾਈ, ਜਿਹੜੇ ਨਾਲ ਸੀਗੇ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦੇ ਲਈ ਚੋਣ ਪ੍ਰਚਾਰ ਕਰਦੇ ਰਹੇ, ਕੈਪਟਨ ਸੰਦੀਪ ਸੰਧੂ ਹੋਰੀ, ਉਹਨਾਂ ਨੂੰ ਤਾਂ ਟਿਕਟਾਂ ਦੇ ਰਹੀ ਹੈ ਨਾ ਪਾਰਟੀ। ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਕੈਪਟਨ ਸਾਹਿਬ ਦੀ ਟੀਮ ਇਹ ਸਲਾਹ ਸੀ? ਸੁਖਬੀਰ ਬਾਦਲ ਨੂੰ ਲਾ ਦੇਣਾ ਜਾਂ ਅਕਾਲੀ ਦਲ, ਅਗਰ ਉਹਨਾਂ ਨੇ 15 ਸੀਟਾਂ ਆਈਆਂ, ਉਹਨਾਂ ਨੇ ਫਿਰ ਉਹਨੂੰ ਦੁਬਾਰਾ ਲਿਆਂਦਾ। ਅਕਾਲੀ ਦਲ ਸੁਖਬੀਰ ਬਾਦਲ ਦੇ ਸਾਰੇ ਮੰਨਦੇ ਆ ਵੀ ਬਾਦਲ ਪਰਿਵਾਰ ਦੇ ਘਰ ਤੋਂ ਸ਼ੁਰੂ ਹੁੰਦਾ, ਤੇ ਇਸੇ ਤਰ੍ਹਾਂ ਕਾਂਗਰਸ ਨੂੰ ਮੰਨਿਆ ਜਾਂਦਾ ਸੋਨੀਆ ਗਾਂਧੀ ਦੇ ਘਰ ਤੋਂ ਜਾਂ ਰਾਹੁਲ ਗਾਂਧੀ ਦੇ। ਜੇ ਰਾਹੁਲ ਗਾਂਧੀ ਜਾਂ ਉਹਦੇ ਤੇ ਵੀ ਬਲੇਮ ਨੇ ਲੱਗਦੇ ਨੇ, ਹੁਣ ਤੱਕ ਜਿੱਤ ਨਹੀਂ ਪਾਏ। ਤੁਹਾਡੀਆਂ ਇੰਡੀਆ ਦੇ ਵਿੱਚ, ਦੇਸ਼ ਦੇ ਵਿੱਚ ਤੁਹਾਡਾ ਕੀ ਹਾਲ ਹੋਇਆ ਸੀਗਾ? ਤਾਂ ਰਾਹੁਲ ਗਾਂਧੀ ਨੂੰ ਹਟਾ ਲਾਤੇ ਤੁਸੀਂ। ਕਿੰਨੀਆਂ ਸੀਟਾਂ ਲੈ ਕੇ ਜਾਓਗੇ 117 ਚੋਂ? ਮੈਨੂੰ ਆਪਣੀ ਸੀਟ ਦਾ
ਤੁਸੀਂ ਕਹਿੰਦੇ ਸੀ ਮੈਂ ਜਿੱਤ ਜਾਣਾ, ਤੁਸੀਂ ਕਹਿੰਦੇ ਹੁਣ ਮੈਂ ਮੈਨੂੰ ਤੁਹਾਨੂੰ ਇਹ ਕਹਿ ਰਿਹਾ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਅਗਰ ਮੈਂ ਜਿੱਤ ਜਾਣਾ, ਪਰ ਮੈਨੂੰ ਇਹ ਨਹੀਂ ਪਤਾ ਮੈਂ ਵੋਟਾਂ ਕਿੰਨੀਆਂ ਤੋਂ ਜਿੱਤਣਾ। ਫਿਰ ਸੀਟਾਂ ਤਾਂ ਦੱਸ ਦਿਓ, ਮੈਂ ਕਿਹੜਾ ਤੋਂ ਗਿਣਤੀ ਉਹ ਮੰਗੀ ਮੈਨੂੰ- ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਜਗਦੀਪ ਸਿੰਘ ਥਲੀ। ਮੌਸਮ ਠੰਡਾ ਹੈ ਪਰ ਮਾਹੌਲ ਗਰਮ ਹੈ। ਜੀ ਹਾਂ, ਵਿਧਾਨ ਸਭਾ ਚੋਣਾਂ 2022 ਦੇ ਲਈ ਤਿਆਰੀਆਂ ਵਿੱਢ ਦਿੱਤੀਆਂ ਗਈਆਂ ਨੇ ਤੇ ਜਿਵੇਂ ਹੀ ਕਾਂਗਰਸ ਨੇ 86 ਉਮੀਦਵਾਰਾਂ ਦੀ ਲਿਸਟ ਦਾ ਐਲਾਨ ਕੀਤਾ ਜਾਂ ਲਿਸਟ ਜਾਰੀ ਕੀਤੀ ਤਾਂ ਮਾਹੌਲ ਹੋਰ ਗਰਮਾ ਗਿਆ ਤੇ ਉਹਨਾਂ 86 ਉਮੀਦਵਾਰਾਂ ਵਿੱਚੋਂ ਇੱਕ ਉਮੀਦਵਾਰ ਬਰਿੰਦਰ ਢਿੱਲੋਂ ਵੀ ਨੇ, ਜਿਹੜੇ ਸਾਡੇ ਨਾਲ ਨੇ। ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਧੰਨਵਾਦ ਥਲੀ ਸਾਹਿਬ, ਬਹੁਤ ਮੁਬਾਰਕਾਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ। ਤੁਸੀਂ ਵੀ ਸਾਡੇ ਵੋਟਰ ਹੋ। ਸਭ ਤੋਂ ਪਹਿਲਾਂ ਤੁਹਾਨੂੰ ਹੀ ਅਪੀਲ ਕਰਦੇ ਹਾਂ, ਅੱਛਾ ਵੋਟ ਪਾਇਓ ਜ਼ਰੂਰ। ਇਹ ਨਹੀਂ ਜਿੰਨੂੰ ਮਰਜ਼ੀ ਪਾਇਓ, ਪਰ ਐਤਕੀ ਤੁਸੀਂ ਵੀ ਪਾਇਓ ਜ਼ਰੂਰ। ਚਲੋ, ਨਾਲੇ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਵੀ ਮੈਂ ਤੁਹਾਡਾ ਵੋਟਰ ਹਾਂ। ਨਹੀਂ ਤੁਸੀਂ ਵੋਟਰ ਹੋ ਨਾ। ਵੋਟਰ ਹਾਂ ਮੈਂ, ਹਾਂਜੀ। ਹਾਂ, ਤੁਸੀਂ ਰੋਪੜ ਹਲਕੇ ਦੇ ਵੋਟਰ ਹੋ, ਤੁਸੀਂ ਸਾਡੇ ਇਲਾਕੇ ਦੇ ਵੋਟਰ ਹੋ। ਅੱਛਾ ਅੱਛਾ। ਤਾਂ ਕਰਕੇ ਮੈਂ ਇਹ ਅਪੀਲ ਤੁਹਾਨੂੰ ਕੀਤੀ ਆ ਵੀ ਤੁਹਾਡੇ ਤੋਂ ਸ਼ੁਰੂਆਤ ਕਰਦੇ ਆ ਵੀ ਵੋਟ ਜ਼ਰੂਰ ਪਾਇਓ। ਹੁਣ ਮੈਂ ਕੈਮਰੇ ਤੇ ਇਹ ਨਹੀਂ ਕਹਿ ਸਕਦਾ ਵੀ ਥਲੀ ਸਾਹਿਬ ਵੀ ਤੁਸੀਂ ਮੈਨੂੰ ਪਾਇਓ, ਨਹੀਂ ਤਾਂ ਇੰਟਰਵਿਊ ਦਾ ਸਾਰਾ ਮਾਚੀ ਉਹਨਾਂ ਨੇ ਕਹਿਣਾ ਵੀ ਤੁਸੀਂ ਕਹਿ ਲਓ ਮੈਂ ਪਾਉਣੀ, ਜਿਹਨੂੰ ਪਾਉਣੀ ਆ ਉਹ ਤਾਂ ਮਰਜ਼ੀ ਹੈ ਜੀ ਮੇਰੀ। ਦਰਸ਼ਕਾਂ ਦਾ ਤਾਂ ਪਤਾ ਨਹੀਂ। ਬਿਲਕੁਲ ਮਰਜ਼ੀ ਤਾਂ ਤੁਹਾਡੀ ਆ, ਬਟ ਫਿਰ ਸਾਰਿਆਂ ਨੇ ਸੋਚਣਾ ਵੀ ਕਿਤੇ ਵਰਿੰਦਰ ਨੂੰ ਵੋਟ ਪਾ ਰਿਹਾ ਤੇ ਥਲੀ ਇੰਟਰਵਿਊ ਉਸ ਹਿਸਾਬ ਨਾਲ ਕਰੂਗਾ। ਇਹ ਬਹੁਤ ਜਿਹੜੀ ਹੈਗੀ ਆ ਟਿਕਟ ਦੀ ਲੜਾਈ ਚੱਲ ਰਹੀ ਸੀ, ਖਾਸ ਤੌਰ ਤੇ ਬਹੁਤ ਜੇ ਹਲਕਿਆਂ ਦੀ ਗੱਲ ਕਰੀਏ ਤਾਂ ਰੋਪੜ ਵੀ ਇੱਕ ਅਜਿਹਾ ਹੀ ਹਲਕਾ ਸੀਗਾ ਜਿਹਦੇ ਵਿੱਚ ਜੱਦੋ ਜਹਿਦ ਸੀ ਵੀ ਬਰਿੰਦਰ ਢਿੱਲੋਂ ਨੂੰ ਮਿਲਦੀ ਆ ਜਾਂ ਕਿਸੇ ਹੋਰ ਨੂੰ ਜਾਂਦੀ ਹੈ, ਕਿਉਂਕਿ ਤੁਸੀਂ ਖੁਦ ਕਹਿੰਦੇ ਰਹੇ ਹੋ ਵੀ ਰਾਣਾ KP ਹੋਰਾਂ ਦੇ ਨਾਲ ਤਾਂ ਤੁਹਾਡੀ ਸਿੱਧੀ ਟੱਕਰ ਹੈ। ਤੇ ਬਾਈ ਜੀ ਇਹ ਕਿੰਨੀ ਕੁ ਜੱਦੋ ਜਹਿਦ ਕਰਨੀ ਪਈ? ਟੱਕਰ ਤਾਂ ਉਹਨਾਂ ਨਾਲ ਆਪਣਾ ਕੀ ਕਹਿੰਦੇ ਕੁਝ ਇਸ਼ੂਜ਼ ਦੇ ਉੱਤੇ ਜ਼ਰੂਰ ਆ, ਸਿੱਧੀ ਆ, ਲੇਕਿਨ ਟਿਕਟ ਵਾਲੀ ਗੱਲ ਨਹੀਂ ਮੈਨੂੰ ਲੱਗਾ ਵੀ ਕਦੀ ਕੋਈ ਡਾਊਟ ਸੀਗਾ। ਅੱਛਾ, ਹਾਂ, ਉਹਦੇ ਅੰਦਰ ਕਾਰਨ ਸੀਗੇ ਬਾਈ ਜੀ। ਜੇ ਡਾਊਟ ਨਾ ਹੁੰਦਾ ਤੁਹਾਨੂੰ ਤਾਂ ਤੁਸੀਂ ਮੈਨੂੰ ਉਸ ਦਿਨ ਇੰਟਰਵਿਊ ਦੇ ਵਿੱਚ ਸਿੱਧਾ ਕਹਿਣਾ ਸੀ ਵੀ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਜੇ ਟਿਕਟ ਕਿਸੇ ਹੋਰ ਨੂੰ ਮਿਲ ਜੇ। ਮੈਂ ਤੁਹਾਨੂੰ ਪੁੱਛਿਆ ਸੀ ਵੀ ਜੇ ਵਿਸਕੀ ਨੂੰ ਟਿਕਟ ਮਿਲ ਗਈ ਜਾਂ ਅਸ਼ਵਨੀ ਜੀ ਨੂੰ ਮਿਲ ਗਈ, ਤੁਸੀਂ ਕਹਿੰਦੇ ਚਾਹੇ ਵਿਸਕੀ ਨੂੰ ਮਿਲ ਜੇ ਚਾਹੇ ਮਿਲ ਜੇ ਸਕੌਚ ਨੂੰ, ਖੁੱਲ੍ਹ ਕੇ ਮਦਦ ਕਰਾਂਗੇ। ਪਰ ਜੇ ਡਾਊਟ ਸੀ ਤਾਂ ਹੀ ਕਿਹਾ ਸੀ ਤੁਸੀਂ। ਨਹੀਂ ਤੁਸੀਂ ਇਸ ਗੱਲ ਨੂੰ ਇਹ ਤੁਹਾਡੀ ਦੇਖਣ ਦਾ ਨਜ਼ਰੀਆ, ਮੇਰਾ ਕੌਨਫੀਡੈਂਸ ਸੀਗਾ ਉਹ। ਅੱਛਾ ਜੀ। ਵੀ ਔਰ ਮੈਂ ਫਿਰ ਤੁਹਾਨੂੰ ਇਹ ਕਹਿੰਦਾ, ਮੈਂ ਪਾਰਟੀ ਦੇ ਵਿੱਚ MLA ਬਣਨ ਤੱਕ ਜਾਂ MLA ਹੀ ਇਕੱਲਾ ਮੇਰਾ ਮਕਸਦ ਨਹੀਂ ਹੈਗਾ। ਅਗਰ ਮੈਨੂੰ ਟਿਕਟ ਮਿਲ ਜਾਏ ਤੇ ਮੈਂ ਪਾਰਟੀ ਦੇ ਨਾਲ ਆ, ਔਰ ਅਗਰ ਮੈਨੂੰ ਟਿਕਟ ਨਾ ਮਿਲੇ ਤੇ ਮੈਂ ਪਾਰਟੀ ਦੇ ਵਿਰੋਧ 'ਚ ਆ। ਇਹ ਰਾਜਨੀਤੀ ਜਿਹੜੀ ਆ ਇਹ ਗਲਤ ਰਾਜਨੀਤੀ ਆ। ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਨਾ। ਮੈਂ ਉਸ ਥਾਟ ਨੂੰ ਜਿਹੜੀ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਵੀ ਜਿਹਨੂੰ ਮਰਜ਼ੀ ਟਿਕਟ ਮਿਲ ਜੇ, ਠੀਕ ਆ, ਮੈਂ ਉਹਦੇ ਨਾਲ ਚੱਲੂੰਗਾ। ਮੈਂ ਇਹ ਬਾਕੀਆਂ 'ਚ ਵੀ ਇਸ ਭਾਵਨਾ ਵਾ, ਮੈਂ ਪਾਰਟੀ ਦੇ ਨਾਲ ਵਫਾਦਾਰ ਹਾਂ, ਪਾਰਟੀ ਪ੍ਰਤੀ ਮੇਰੀ ਸੋਚ ਆ। ਅੱਜ KP ਰਾਣਾ ਜੀ ਨਾਲ ਸਾਡੇ ਤੁਸੀਂ ਕਹਿੰਦੇ ਹੋ ਟਕਰਾਰ ਆ, ਲੇਕਿਨ ਮੈਂ ਇਹ ਥੋੜਾ ਵੀ ਮੈਂ ਉਹਨਾਂ ਦੇ ਵਿਰੋਧ 'ਚ ਜਾ ਕੇ ਉੱਥੇ ਕਹੂੰਗਾ ਵੋਟਾਂ ਪੁੱਠੀਆਂ ਪਾ ਦਿਓ। ਸਾਡੇ ਉੱਥੇ ਜਸਪਿੰਦਰ ਨੂੰ ਟਿਕਟ ਨਹੀਂ ਮਿਲੀ ਤੇ ਮੈਂ ਉਹਨਾਂ ਨੂੰ ਕਹੂੰਗਾ ਵੀ ਨਹੀਂ ਤੁਸੀਂ ਵੋਟਾਂ ਪੁੱਠੀਆਂ ਪਾਓ। ਇਹ ਜਿਹੜਾ ਰਾਜਨੀਤੀ ਆ ਨਾ ਇਹ ਗਲਤ ਆ। ਇਹ ਫਿਰ ਮੈਂ ਪਰਸਨਲਾਈਜ਼ਡ ਰਾਜਨੀਤੀ ਕਰਦਾ, ਫਿਰ ਸੋਚ, ਆਈਡੀਓਲੋਜੀ, ਇਲਾਕਾ ਭਲਾ, ਇਹ ਸਭ ਚੀਜ਼ਾਂ ਫਿਰ ਪਿੱਛੇ ਹੋ ਜਾਂਦੀਆਂ। ਫਿਰ ਤਾਂ ਪਰਸਨਲ ਲੜਾਈਆਂ ਹੋ ਗਈਆਂ ਨਾ। ਅਸੀਂ ਰਾਜਨੀਤੀ 'ਚ ਆਪਣੀਆਂ ਪਰਸਨਲ ਹਿੰਡਾਂ ਪਗਾਉਣ ਨੂੰ ਨਹੀਂ ਹੈਗੇ। ਅਸੀਂ ਕੋਈ ਮੁੱਛ ਦੀ ਲੜਾਈ ਨਹੀਂ ਹੈ, ਲੋਕਾਂ ਦੀ ਲੜਾਈ ਆ। ਠੀਕ ਆ, ਅਗਰ ਪਾਰਟੀ ਨੇ ਮੇਰੇ ਤੇ ਭਰੋਸਾ ਕੀਤਾ, ਮੈਂ ਕਿਉਂ ਕਿਹਾ ਸੀਗਾ ਵੀ ਨਹੀਂ ਟਿਕਟ ਦਾ ਕੋਈ ਰੌਲਾ ਨਹੀਂ ਹੈਗਾ, ਮੈਂ ਹਾਰ ਗਿਆ ਇੱਥੋਂ। ਤੁਸੀਂ ਵੀ ਇੱਥੇ ਸੀਗੇ ਔਰ ਖਾਸੀ ਵੋਟਾਂ ਤੋਂ ਹਾਰਿਆ। ਉਮਰ ਵੀ ਮੇਰੀ ਉਦੋਂ 32 ਸਾਲ ਸੀ ਜੀ। ਉਹਦੇ ਬਾਵਜੂਦ ਮੈਂ ਹਿੰਮਤ ਨਹੀਂ ਹਾਰੀ। ਮੈਂ ਆਪਣੇ ਇੱਥੇ ਇਲਾਕੇ ਦੇ ਵਿੱਚ ਜੋ ਮੇਰੇ ਤੋਂ ਬਣ ਸਕਦਾ ਮੈਂ ਕੀਤਾ। ਮੈਂ ਲੋਕਾਂ 'ਚ ਗਿਆ, ਲੋਕਾਂ ਦੀ ਮੁਸ਼ਕਲਾਂ ਸੁਣੀਆਂ, ਪੈਦਲ ਯਾਤਰਾਵਾਂ ਤਾਂ ਕਿਸ ਕਰਕੇ ਕੀਤੀਆਂ ਵੀ ਨਹੀਂ ਲੋਕਾਂ ਨੂੰ ਇੱਕ ਸਮਝ ਸਕੀਏ ਔਰ ਉਹਨਾਂ ਦੀ ਜੋ ਅਸਲੀ ਨਬਜ਼ ਆ ਉਹਨੂੰ ਫੜ ਸਕੀਏ। ਇਕੱਲੀਆਂ ਦੁਨਿਆਵੀ ਗੱਲਾਂ ਜਾਂ ਕੈਮਰਿਆਂ ਤੇ ਗੱਲਾਂ ਨਾ ਰਹਿ ਜਾਣ ਔਰ ਅਗਰ ਮੌਕਾ ਮਿਲੇ ਤੇ ਉਹਨਾਂ ਨੂੰ ਪੂਰਾ ਕਰ ਸਕੀਏ। ਲੜਾਈ ਇਕੱਲੀ ਇਲੈਕਸ਼ਨ ਜਿੱਤਣ ਤੱਕ ਨਹੀਂ ਹੁੰਦੀ, ਲੜਾਈ ਉਹ 5 ਸਾਲ ਅਗਲਿਆਂ ਦੀ ਹੁੰਦੀ ਆ ਵੀ ਉਹ 5 ਸਾਲਾਂ 'ਚ ਕੀ ਕਰਨਾ। ਫਿਰ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ ਕਹਿੰਦੇ ਹੋ ਵੀ ਹੈਗੇ ਮੈਂ ਉਹਨਾਂ ਲੋਕਾਂ 'ਚੋਂ ਨਹੀਂ ਆ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਜਾਂ ਇਹ ਕਹਿੰਦੇ ਵੀ ਪਰਸਨਲ ਹੋ ਜਾਂਦੇ ਆ, ਉਹ ਤੁਹਾਡੇ ਚਲੋ ਵਿਚਾਰਕ ਮਤਭੇਦ ਆ, ਪਰ ਉਹ ਲੋਕ ਵੀ ਤਾਂ ਹੁਣ ਵੀ ਪਾਰਟੀ 'ਚ ਆ, ਟਿਕਟਾਂ ਵੀ ਆ, ਜਿਨ੍ਹਾਂ ਦਾ ਜ਼ੋਰ ਇਹ ਵੀ ਲੱਗਿਆ ਹੋਇਆ ਸੀਗਾ ਵੀ ਬਰਿੰਦਰ ਢਿੱਲੋਂ ਨਹੀਂ ਰਹਿਣਾ ਚਾਹੀਦਾ। ਫਿਰ ਕਾਂਗਰਸ ਨੇ ਅਜਿਹੇ ਲੋਕ ਰੱਖੇ ਹੋਏ ਆ। ਪਾਰਟੀ 'ਚ ਹਰ ਤਰ੍ਹਾਂ ਦੇ ਲੋਕ ਹੁੰਦੇ ਆ। ਫਿਰ ਕਾਂਗਰਸ ਫਿਰ ਤੁਸੀਂ ਇਹ ਦਾਅਵਾ ਨਹੀਂ ਕਰਦੇ ਹੋ ਵੀ ਸਾਡੇ 'ਚ ਸਾਰੇ ਚੰਗੇ ਲੋਕ ਨਹੀਂ ਨੇ, ਸਾਡੇ ਆਪਣੀਆਂ ਲੱਤਾਂ ਖਿੱਚਣ ਵਾਲੇ ਵੀ ਲੋਕ ਹੱਲੇ ਵੀ ਆ? ਥੜੀ ਸਾਹਿਬ ਜੁਆਇੰਟ ਫੈਮਿਲੀਜ਼ ਹੁੰਦੀਆਂ, ਹਾਂਜੀ, ਭਰਾਵਾਂ 'ਚ ਵੀ ਪਾੜ ਪੈਂਦੇ। ਉਹਨਾਂ ਲੋਕਾਂ ਦੀ ਇੱਕ ਸੋਚ ਆ
ਡਿਫਰੈਂਟ ਸੋਚ ਵਾਲੇ ਲੋਕ ਆ, ਉਹ ਇੱਕ ਪਰਿਵਾਰ ਬਣਦਾ। ਇੱਕ ਸੋਚ ਥੋੜਾ ਸਭ ਦੀ ਹੋ ਸਕਦੀ ਆ। ਹਾਂ, ਪਾਰਟੀ ਪ੍ਰਤੀ ਇੱਕ ਸੋਚ ਹੋਣੀ ਚਾਹੀਦੀ ਵੀ ਪਾਰਟੀ ਦਾ ਨੁਕਸਾਨ ਨਾ ਕਰੀਏ, ਵੀ ਅਸੀਂ ਆਪਣੇ ਨਿੱਜੀ ਮਫਾਦਾਂ ਲਈ, ਨਿੱਜੀ ਰੰਜਿਸ਼ਾਂ ਲਈ, ਆਪਾਂ ਨਿੱਜੀ ਜਿਹੜੇ ਆਪਣਾ ਇਸ਼ੂਜ਼ ਆ ਉਹਨਾਂ ਲਈ ਅਸੀਂ ਪਾਰਟੀ ਨੂੰ ਨਹੀਂ ਛਿੱਕੇ ਟੰਗਣਾ। ਕੱਲ ਨੂੰ ਪਾਰਟੀ ਹੈ ਤੇ ਮੈਂ ਹੈ, ਪਾਰਟੀ ਹੈ ਤੇ ਕਿਸੇ ਕੋਲ ਅਹੁਦਾ ਹੈ, ਪਾਰਟੀ ਹੈ ਤੇ ਸਰਕਾਰ ਹੈ। ਹੁਣ ਮੈਂ ਇਹ ਕਹਾਂ ਵੀ ਪਾਰਟੀ ਮਤਲਬ ਜਿਹੜੀ ਬੰਦੇ ਦੀ ਇਹ ਸੋਚ ਆ ਵੀ ਪਾਰਟੀ ਦਾ ਕੋਈ ਗੱਲ ਨਹੀਂ, ਲੇਕਿਨ ਠੀਕ ਆ, ਉਹ ਫਿਰ ਲੋਕਾਂ ਦਾ ਵੀ ਸੌਦੇਬਾਜ਼ੀ ਕਰਦੇ। ਉਹ ਲੋਕਾਂ ਨੂੰ ਵੇਚ ਦਿੰਦੇ ਆ ਲੀਡਰਾਂ ਦੇ ਕੋਲ। ਆ ਮੇਰੀ ਵੋਟ ਆ ਜੀ, ਜੇ ਮੈਨੂੰ ਵੋਟ ਨਾ ਦਿੱਤੀ ਤੇ ਮੈਂ ਫਿਰ ਆਹ ਕਰ ਦੂੰ, ਉਹ ਕਰ ਦੂੰ। ਇਹ ਚੀਜ਼ਾਂ ਤੋਂ ਫਿਰ ਫਾਇਦਾ ਅਲਟੀਮੇਟਲੀ ਨੁਕਸਾਨ ਕਿਹਦਾ ਹੁੰਦਾ? ਲੋਕਾਂ ਦਾ। ਪਿਛਲੀ ਵਾਰ ਸਾਡਾ ਹਲਕੇ ਦਾ ਨੁਕਸਾਨ ਇਸ ਕਰਕੇ ਹੋਇਆ ਵੀ ਸਰਕਾਰ ਆਪਣੀ ਬਣ ਗਈ, ਲੇਕਿਨ ਐਮਐਲਏ ਨਹੀਂ ਬਣ ਸਕਿਆ। ਔਰ ਇਸ ਕਰਕੇ ਵੀ ਨਹੀਂ ਸੀ ਉਸ ਐਮਐਲਏ ਨਾਲ ਵਿਤਕਰਾ ਕੀਤਾ ਗਿਆ। ਫਿਰ ਕਿਹਦੇ ਨਾਲ? ਜੇ ਐਮਐਲਏ ਨਹੀਂ ਸੀ ਤੁਹਾਡਾ ਤਾਂ ਸਰਕਾਰ ਉਹਨੂੰ ਵੀ ਕੁਝ ਦੇ ਕਰ ਸਕਦੀ ਸੀ। ਤੁਸੀਂ ਐਮਐਲਏਆਂ ਦੇ ਸੋਚ, ਐਮਐਲਏ ਦਾ ਨਾ ਵਿਤਕਰਾ ਹੁੰਦਾ ਤੇ ਬਰਾਬਰ ਦੀਆਂ ਗਰੰਟਾਂ ਨਾ ਆਉਂਦੀਆਂ, ਲੋਕਾਂ ਕੋਲ ਡਿਵੈਲਪਮੈਂਟ ਨਾ ਹੁੰਦੀ ਹਲਕੇ 'ਚ। ਇਹ ਨਾ ਹੁੰਦਾ ਵੀ ਇੱਥੇ ਇਹ ਨਹੀਂ। ਹਾਂ, ਲੇਕਿਨ ਵੱਡੇ ਪ੍ਰੋਜੈਕਟ ਜ਼ਰੂਰ ਜਿਹੜੇ ਹੁੰਦੇ ਆ, ਦੇਖੋ ਉਹ ਡਿਵੈਲਪਮੈਂਟ ਕਿਹੜੇ ਹਲਕੇ, ਰੋਪੜ ਹਲਕੇ ਦੇ ਕਿਹੜੇ ਇਲਾਕੇ ਆ ਜਿਨ੍ਹਾਂ 'ਚ ਡਿਵੈਲਪਮੈਂਟ ਹੋਈ ਹੈ? 228 ਪਿੰਡ ਆ, 21 ਵਾਰਡ ਆ। ਪੈਸਾ ਜਿੰਨਾ ਲੱਗਾ, ਅਗਰ ਮੈਂ ਤੁਹਾਨੂੰ ਉਹਦਾ ਹਿਸਾਬ ਦੇ ਦਾਂ ਤੇ ਤਕਰੀਬਨ ਜਿਹੜਾ ਪਿੰਡਾਂ 'ਚ ਪੈਸਾ ਗਿਆ ਵਾ, ਕੱਲੇ ਪਿੰਡਾਂ 'ਚ ਮੈਂ ਤੁਹਾਨੂੰ ਪੈਸਾ ਦੱਸ ਐਮਐਲਏ ਤੋਂ ਤਾਂ ਨਹੀਂ ਦਵਾਇਆ ਗਿਆ। ਨਹੀਂ, ਤੁਸੀਂ ਆਪ ਨੇ ਥਲੀ ਸਾਹਿਬ ਇਸ ਕਨਸੈਪਟ ਨੂੰ ਮੈਂ ਤੁਹਾਡਾ ਵੀ ਥੋੜਾ ਇਸ ਚੀਜ਼ ਨੂੰ ਠੀਕ ਕਰਨਾ ਚਾਹੁੰਦਾ। ਦੇਖੋ, ਮੈਂ ਤੁਹਾਡੀ ਬੜੀ ਵਾਰ ਇਹ ਗੱਲ ਸੁਣਦਾ, ਐਮਐਲਏ ਤੋਂ ਨਹੀਂ ਦਿਵਾਉਣਾ। ਐਮਐਲਏ ਪੈਸਾ ਅਲਟੀਮੇਟਲੀ ਸਰਪੰਚਾਂ ਨੇ ਲਾਣਾ, ਐਮਸੀਆਂ ਨੇ ਲਾਣਾ, ਲੋਕਾਂ ਤੱਕ ਜਾਣਾ, ਲੋਕਾਂ ਦੀ ਸਹੂਲਤਾਂ ਨੂੰ ਜਾਣਾ। ਉਹ ਮੇਰੇ ਵੱਲੋਂ ਲੱਗ ਜੇ, ਤੁਹਾਡੇ ਵੱਲੋਂ ਲੱਗ ਜੇ, ਫਲਾਣੇ ਵੱਲੋਂ ਲੱਗ ਜੇ, ਉਹਦੇ ਨਾਲ ਮੈਟਰ ਕਿਉਂ ਕਰਦਾ ਵਾ? ਜਿਹੜੀ ਤੁਸੀਂ ਮੈਨੂੰ ਪਹਿਲਾਂ ਗੱਲ ਕਰ ਰਹੇ ਸੀ, ਵਿਤਕਰੇ ਦੀ ਤੁਸੀਂ ਗੱਲ ਕਰ ਰਹੇ ਸੀ, ਐਮਐਲਏ ਜਿਹੜੇ ਆਪੋਜੀਸ਼ਨ ਦੇ ਉੱਤੇ ਵੀ ਤੁਸੀਂ ਕਈ ਵਾਰ ਸੋਚਿਆ ਕਰੋ ਨਾ। ਐਮਐਲਏ ਕਈ ਵਾਰ ਜਿਹੜੀਆਂ ਨਾ ਹੋਈਆਂ ਚੀਜ਼ਾਂ ਉਹਨਾਂ ਨੂੰ ਜ਼ਿਆਦਾ ਹਾਈਲਾਈਟ ਕਰ ਦਿੰਦੇ ਆ, ਔਰ ਜਿਹੜੀਆਂ ਹੋਈਆਂ ਚੀਜ਼ਾਂ ਉਹਨਾਂ ਨੂੰ ਕੋਈ ਵਿਖਾਉਂਦਾ ਨਹੀਂ ਆ। ਜਿਹੜੇ ਆਪੋਜੀਸ਼ਨ ਦੇ ਐਮਐਲਏ ਆ, ਉਹਨਾਂ ਨੇ ਸਰਕਾਰ ਨੂੰ ਭੰਡਣਾ ਹੀ ਹੁੰਦਾ। ਕਰਜ਼ਾ ਕਿੰਨੇ ਲੋਕਾਂ ਦਾ ਮਾਫ ਹੋਇਆ, ਕਿੰਨੀਆਂ ਸੜਕਾਂ ਬਣੀਆਂ, ਕਿੰਨੇ ਘਰਾਂ 'ਚ ਪੀਣ ਦੇ ਪਾਣੀ ਦੀ ਡਾਇਰੈਕਟ ਸਪਲਾਈ ਹੋਈ, ਕਿਹੜੇ ਆਪਣਾ ਕੀ ਕਹਿੰਦੇ ਸਕੂਲਾਂ ਦੇ ਵਿੱਚ ਸਮਾਰਟ ਕਲਾਸਰੂਮ ਬਣੇ, ਕਿੱਥੇ ਹੈਲਥ ਕੇਅਰ ਫੈਸਿਲਿਟੀਆਂ ਆਈਆਂ। ਇਹ ਸਾਰੇ ਪੈਮਾਨੇ ਆ ਨਾ ਜਿਨ੍ਹਾਂ ਤੇ ਡਿਵੈਲਪਮੈਂਟ ਆਪਾਂ ਕਹਿੰਦੇ ਆ। ਸੋ ਮੈਂ ਇਹ ਕਹਿੰਦਾ ਵੀ ਠੀਕ ਆ, ਹਾਰਨ ਦੇ ਬਾਵਜੂਦ ਵੀ ਅਸੀਂ ਇਲਾਕੇ ਨਾਲ ਵਿਤਕਰਾ ਨਹੀਂ ਹੋਣ ਦਿੱਤਾ ਵੀ ਇੱਥੇ ਕੁਝ ਵੀ ਨਹੀਂ ਆਇਆ, ਇੱਥੇ ਕੁਝ ਵੀ ਇਹਨੂੰ ਨਕਾਰਿਆ ਜਾਵੇ। ਪੈਸੇ ਵੀ ਲਿਆਂਦੇ, ਸੜਕਾਂ ਤੋਂ ਵਿਕਾਸ ਵੀ ਕੀਤਾ। ਹਾਂ, ਜਿੱਥੇ ਨਹੀਂ ਕਰ ਸਕੇ ਕਈ ਵੱਡੇ ਪ੍ਰੋਜੈਕਟ ਹੁੰਦੇ ਆ ਜਿਹੜੇ ਇਨ ਦਾ ਸੈਂਸ ਵੀ ਇੱਕ ਰੋਡ ਮੈਪ ਬਣਦਾ ਵਾ ਹਲਕੇ ਇਲਾਕੇ ਵਾਸਤੇ। ਉਹ ਰੋਡ ਮੈਪ ਫਿਰ ਅਗਰ ਤਾਂ ਆਪੋਜੀਸ਼ਨ ਦਾ ਐਮਐਲਏ ਚੰਗਾ ਹੋਵੇ ਤੇ ਉਹ ਰੋਡ ਮੈਪ ਬਣਵਾ ਜਾਂਦਾ। ਲੇਕਿਨ ਅਗਰ ਕੋਈ ਐਮਐਲਏ ਇਹ ਨਹੀਂ ਆ ਵੀ ਸੰਦੋਆ ਸਾਹਿਬ ਦਾ ਆਪਣਾ ਇੱਕ ਸਟਾਈਲ ਸੀ, ਉਹਨਾਂ ਨੇ ਇੱਕ ਆਪਣੀ ਨਵੇਂ ਆਏ ਸੀ ਰਾਜਨੀਤੀ 'ਚ, ਸਾਡੇ ਵਾਂਗੂ ਉਹ ਸੀ, ਉਹਨਾਂ ਨੇ ਰਾਜਨੀਤੀ ਨੂੰ ਇੱਕ ਹੋਰ ਢੰਗ ਨਾਲ ਵੇਖਿਆ। ਲੇਕਿਨ ਮੰਨ ਲਓ ਮੈਂ ਆਪੋਜੀਸ਼ਨ ਦਾ ਵੀ ਐਮਐਲਏ ਹੁੰਦਾ ਤੇ ਮੈਂ ਘੱਟੋ ਘੱਟ ਮਜਬੂਰ ਕਰਦਾ ਸਰਕਾਰ ਨੂੰ ਵੀ ਨਹੀਂ, ਆਹ ਦੇਖੋ ਆਹ ਚੀਜ਼ਾਂ ਇੱਥੇ ਹੋ ਸਕਦੀਆਂ। ਔਰ ਇਹ ਚੀਜ਼ਾਂ ਨੂੰ, ਕਿਉਂਕਿ ਸਰਕਾਰ ਦੇ ਵਿੱਚ ਅਫਸਰਸ਼ਾਹੀ ਆ, ਡੀਸੀ, ਐਸਐਸਪੀ, ਆਪਣਾ ਏਡੀਸੀ ਡਿਵੈਲਪਮੈਂਟ, ਬੀਡੀਓ, ਆਪਣਾ ਕਹਿੰਦੇ ਡਿਵੈਲਪਮੈਂਟ ਅਫਸਰ, ਕਈ ਦਾਇਰੇ ਆ। ਤੁਸੀਂ ਅਗਰ ਐਮਐਲਏ ਹੋ, ਤੁਹਾਡੇ ਵਿਧਾਨ ਸਭਾ ਦੇ ਵਿੱਚ ਤੁਹਾਡੇ ਕੋਲ ਤਾਕਤ ਆ, ਤੁਸੀਂ ਉਹ ਦਾਇਰਿਆਂ ਨੂੰ ਵਰਤ ਕੇ ਬਹੁਤ ਕੁਝ ਕਰਾ ਸਕਦੇ ਹੋ। ਐਮਐਲਏ ਦਾ ਹੋਣਾ ਔਰ ਉਹਦੀ ਸੋਚ ਜਿਹੜੀ ਆ ਬਹੁਤ ਜ਼ਰੂਰੀ ਹੋ ਜਾਂਦੀ ਇਸ ਚੀਜ਼ ਵਿੱਚ। ਤੇ ਫਿਰ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਚਲੋ ਇੱਕ ਐਮਐਲਏ ਦੀ ਗੱਲ ਛੱਡੀਏ, ਹੁਣ ਆਪਾਂ ਪੰਜਾਬ ਦੀ ਦੇਖੀਏ ਤਾਂ ਸਰਕਾਰ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਂਗਰਸ ਦੀ ਰਹਿੰਦੀ ਹੈ। ਤੇ ਹੁਣ ਦੁਬਾਰਾ ਤੋਂ ਇਹ ਕਿਹਾ ਜਾ ਰਿਹਾ ਹੈ, ਵਿਜੇਂਦਰ ਸਿੰਗਲਾ ਸਾਹਿਬ ਕਹਿੰਦੇ ਹੁਣ ਸੰਗਰੂਰ ਦੀ ਜਿਹੜੀ ਹੈਗੀ ਆ ਉਹ ਵਿਕਾਸ ਹੋਏਗਾ। ਤੇ ਜਿਹੜੇ ਐਮਐਲਏ ਸੀਗੇ ਉਹ ਵੀ ਨਾਲ ਹੀ ਕਹੀ ਜਾ ਰਹੇ ਆ ਵਾਪਸ ਵੀ ਹੁਣ ਹੋਏਗਾ। ਪਿਛਲੀ ਵਾਰ ਕਿਉਂ ਨਹੀਂ ਕੀਤਾ ਬਾਈ? ਇਹ ਵਿਕਾਸ ਸਦਾ ਹੀ ਹੁੰਦਾ ਰਹਿਣਾ। ਅਗਰ ਤੁਸੀਂ ਕਹੋ ਵੀ 5 ਸਾਲਾਂ 'ਚ ਸਾਰਾ ਵਿਕਾਸ ਖਤਮ ਕਰ ਦੇਣਾ ਵਾ, ਉਸ ਤੋਂ ਬਾਅਦ ਵਿਕਾਸ ਹੀ ਨਹੀਂ ਹੋਣਾ, ਫਿਰ ਇਹ ਗੱਲਾਂ ਕਿਉਂ ਕਹਿੰਦੇ ਵੀ ਹੁਣ ਹੋਏਗਾ ਜੀ? ਹੁਣ ਹੋਏਗਾ, ਹੁਣ ਦਾ ਮਤਲਬ ਪਿੱਛੇ ਨਹੀਂ ਹੋਇਆ। ਨਹੀਂ, ਇਹ ਤੁਹਾਡੀ ਜਾਰੀ ਰਹੇਗਾ ਕਹੋ ਨਾ ਜੀ, ਵਿਕਾਸ ਜਾਰੀ ਰਹੇਗਾ। ਹੁਣ ਉਹ ਮੈਨੂੰ ਨਹੀਂ ਪਤਾ ਵਿਜੇਂਦਰ ਸਿੰਗਲਾ ਨੇ ਕੀ ਕਿਹਾ, ਕਿਵੇਂ ਕਿਹਾ, ਕਿੱਥੇ ਕਿਹਾ, ਲੇਕਿਨ ਵਿਕਾਸ ਤਾਂ ਨੈਵਰ ਐਂਡਿੰਗ ਆ। ਵਿਕਾਸ ਤਾਂ ਕਦੀ ਐ ਹੈ ਹੀ ਨਹੀਂ ਵੀ ਨਾ ਹੋਵੇ। ਉਹ ਅੱਜ ਇੱਕ ਕੰਮ ਖਤਮ ਹੋਊਗਾ ਦੂਜਾ ਸ਼ੁਰੂ ਹੋ ਜਾਊਗਾ, ਦੂਜਾ ਖਤਮ ਹੋਊਗਾ ਤੀਜਾ ਸ਼ੁਰੂ ਹੋਊਗਾ। ਜਿਸ ਦਿਨ ਆ ਸਾਰਾ ਕੁਝ ਬਣਿਆ ਹੋਣਾ, ਹੌਲੀ ਹੌਲੀ ਚੀਜ਼ਾਂ ਬਣੀਆਂ ਨਾ, ਪਹਿਲੋਂ ਆਪਣਾ ਇਰੀਗੇਸ਼ਨ ਰੈਸਟ ਹਾਊਸ ਬਣਿਆ ਹੋਣਾ, ਫਿਰ ਮਹਾਰਾਜਾ ਰਣਜੀਤ ਸਿੰਘ ਬਾਗ ਦੇ ਵਿੱਚ ਓਪਨ 에ਅਰ ਥੀਏਟਰ ਬਣਿਆ ਹੋਣਾ, ਫਿਰ
ਆਪਣਾ ਕਹਿੰਦੇ ਲੋਕਾਂ ਦੇ ਸੈਰ ਸਪਾਟੇ ਨੂੰ ਟਾਈਲਾਂ ਲੱਗੀਆਂ ਹੋਣੀਆਂ, ਕੱਲ ਨੂੰ ਇੱਥੇ ਆਪਾਂ ਹੋਰ ਕੁਝ ਅੱਗੇ ਨਵਾਂ ਲੈ ਕੇ ਆਵਾਂਗੇ। ਸੋ ਵਿਕਾਸ ਤਾਂ ਜਾਰੀ ਰਹੂਗਾ। ਇੱਥੇ ਮਤਲਬ ਕਿ ਤੁਸੀਂ ਇਹ ਤਾਂ ਮੰਨਦੇ ਹੋ ਵੀ ਇੱਥੇ ਵਿਕਾਸ ਹੋਇਆ, ਬੇਸ਼ੱਕ 25 ਸਾਲਾਂ ਤੋਂ ਇੱਥੇ ਕਾਂਗਰਸ ਦਾ ਵਿਧਾਇਕ ਆਇਆ ਹੀ ਨਹੀਂ, ਵਿਧਾਇਕ ਜਿੱਤਿਆ ਨਹੀਂ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਹਾਂ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ ਵੀ 25 ਸਾਲਾਂ ਚੋਂ ਵਿਕਾਸ ਹੋਇਆ, ਵਿਕਾਸ ਦੇ ਜਿਹੜੇ ਮਾਇਨੇ ਆ ਉਹ ਬਹੁਤ ਜ਼ਿਆਦਾ ਵੱਡੇ ਆ। ਵਿਕਾਸ ਹੁਣ ਹੋਣਾ, ਤੁਸੀਂ ਵਿਕਾਸ ਗਿਣਾ ਕੇ ਹਟੇ ਹੋ। ਮੈਂ ਤੁਹਾਨੂੰ ਇਹ ਕਹਿ ਰਿਹਾ ਨਾ, ਵਿਕਾਸ ਦੇ ਮਾਇਨੇ ਜਿਹੜੇ ਆ ਨਾ, ਤੁਸੀਂ ਐਜੂਕੇਸ਼ਨ, ਬੱਚਿਆਂ ਦੇ ਆਪਣਾ ਕਹਿੰਦੇ ਕਰੀਅਰਸ, ਹੈਲਥ ਕੇਅਰ ਫੈਸਿਲਿਟੀਜ਼, ਇਹ ਵੱਡੇ ਪੈਰਾਮੀਟਰਸ ਆ ਜਿਨ੍ਹਾਂ ਤੇ ਮੈਨੂੰ ਲੱਗਦਾ ਰੋਪੜ ਬਹੁਤ ਪਿੱਛੇ ਆ। ਅੱਜ IIT ਇੱਥੇ ਆ ਗਈ, ਲੇਕਿਨ ਕੀ IIT ਦਾ ਅਸੀਂ ਫਾਇਦਾ ਲੈ ਸਕੇ? ਅੱਜ ਇੱਥੇ ਟੌਪ ਮੋਸਟ ਲੋਕ ਨਿਕਲਣਗੇ ਰੋਪੜ ਦੇ IIT ਤੋਂ, ਲੇਕਿਨ ਰੋਪੜ ਦੇ ਬੱਚਾ ਕੋਈ IIT ਪਹੁੰਚ ਸਕੂ? ਕੀ ਫਿਰ MLA ਦੇ ਧਿਆਨ ਦਿਵਾਉਣ ਤੋਂ ਬਾਅਦ ਹੀ ਰੋਪੜ ਦਾ ਵਿਕਾਸ ਹੋਣਾ ਸੀ ਜੀ, ਜਾਂ ਫਿਰ ਸਰਕਾਰ ਨੂੰ ਆਪਣੇ ਆਪ ਨਹੀਂ ਦਿਖਦਾ ਜੀ ਵੀ ਰੋਪੜ ਦੇ ਵਿੱਚ ਨਹੀਂ ਹੈਗਾ? ਥਲੀ ਸਾਹਿਬ, ਸਰਕਾਰ ਕੱਲੀ ਕੁਝ ਨਹੀਂ ਕਰ ਸਕਦੀ, MLA ਕੱਲਾ ਕੁਝ ਨਹੀਂ ਕਰ ਸਕਦਾ। ਤੁਹਾਡੇ ਵਰਗੇ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ। ਇਹ ਮੈਂ ਫਿਰ ਉਹੀ ਕਹਿ ਰਿਹਾ ਨਾ, ਇਹਨੂੰ ਬਲੈਕ ਐਂਡ ਵਾਈਟ ਤੁਸੀਂ ਇੱਕ ਚੀਜ਼ ਦੇ ਵਿੱਚੋਂ ਨਹੀਂ ਤੋਲ ਸਕਦੇ। ਇਹ ਬੜਾ ਵਾਸਟ ਚੀਜ਼ ਆ, ਔਰ ਇਹਦੇ ਵਾਸਤੇ ਲੋਕਾਂ ਨੇ 20-20 ਸਾਲ ਦੇ ਰੋਡ ਮੈਪ ਬਣੇ ਆ। ਅਗਰ ਪੋਲੀਓ ਵਰਗੀ ਇੱਕ ਜਿਵੇਂ ਇੱਕ ਬਿਮਾਰੀ ਆਈ ਸੀ, ਉਹਨੂੰ ਖਤਮ ਕਰਨ ਨੂੰ ਸਾਰੇ ਦੇਸ਼ ਦੇ ਵਿੱਚ ਵੈਕਸੀਨੇਸ਼ਨ ਲਾਣੀ ਸੀ ਨਾ, ਇੱਕ ਰੋਡ ਮੈਪ ਬਣਿਆ ਪੂਰਾ ਬਕਾਇਦਾ ਵੱਡਾ। ਰੋਡ ਮੈਪਸ ਨਾਲ ਵਿਕਾਸ ਜਿਹੜਾ ਵਾ ਇਲਾਕੇ ਜਿਹੜੇ ਆ ਨਿਕਲਦੇ। ਅੱਜ ਰੋਪੜ ਵਾਸਤੇ ਕੋਈ ਰੋਡ ਮੈਪ ਹੀ ਨਹੀਂ ਹੈਗਾ। ਅਨਪਲੈਨਡ ਕਾਲੋਨੀਆਂ ਨਿਕਲ ਰਹੀਆਂ, ਅਨਪਲੈਨਡ ਡਿਵੈਲਪਮੈਂਟ ਆ। ਇਹ ਨਹੀਂ ਪਤਾ ਵੀ ਇੱਥੇ ਇੰਡਸਟਰੀ ਕਿਹੜੀ ਜ਼ੋਨ ਡਿਕਲੇਅਰ ਕਰਨੀ ਆ। ਅੱਜ ਤੱਕ ਇੰਨੇ ਵੱਡੇ ਵੱਡੇ ਲੀਡਰ ਆ ਗਏ, ਵੱਡੇ ਵੱਡੇ ਕੁਛ ਆ ਗਏ, ਅੱਜ ਤੱਕ ਰੋਪੜ 'ਚ ਤੁਸੀਂ ਮੈਨੂੰ ਦੱਸੋ ਪਲੈਨਡ ਤਰੀਕੇ ਨਾਲ ਕਿਹੜਾ ਹੋਇਆ? ਮੌਕੇ ਦਾ ਵਿਕਾਸ ਆ। ਹਾਂਜੀ, ਜਿੰਨੇ ਰੌਲਾ ਪਾਇਆ ਚੱਲ ਭਾਈ ਆਹ ਕਰ ਦਿੰਦੇ ਆ। ਅਲਟੀਮੇਟਲੀ ਰੋਪੜ ਨੂੰ ਇੱਕ ਰੋਡ ਮੈਪ ਦੇਣਾ ਪਊਗਾ। ਜੇ ਪਲੈਨਡ ਤਰੀਕੇ ਨਾਲ ਨਹੀਂ ਹੋਇਆ ਤਾਂ ਤੁਹਾਡੀ ਕੋਈ ਐਸੀ ਕਾਨਫਰੰਸ ਜਿੱਥੇ ਤੁਸੀਂ ਜਾ ਕੇ ਕਿਹਾ ਹੋਵੇ ਵੀ ਆਹ ਬਾਈ ਪਲੈਨਿੰਗ ਦੇ ਨਾਲ ਨਹੀਂ ਹੋ ਰਿਹਾ, ਮੈਂ ਇਹਦੇ ਤੇ ਆਬਜੈਕਸ਼ਨ ਕਰਦਾ ਜੀ? ਮੇਰੇ ਕੋਲ ਕੀ ਤਾਕਤ ਸੀ? ਸਰਕਾਰ ਤੁਹਾਡੀ ਸੀ, ਹਜੇ ਵੀ ਤਾਕਤ ਨਹੀਂ ਸੀ, ਤੇ ਯੂਥ ਦੇ ਪ੍ਰਧਾਨ ਸੀ ਤੁਸੀਂ। ਪ੍ਰਧਾਨ ਦੀ ਬਹੁਤ ਵੱਡੀ, ਮੈਂ ਪ੍ਰਧਾਨ ਦੀ ਤਾਕਤ ਹੈਗੀ ਆ ਮੇਰੇ ਕੋਲ, ਪਾਰਟੀ ਤੋਂ ਬਹੁਤ ਕੁਝ। ਮੇਰੇ ਕੋਲ ਯੂਥ ਕਾਂਗਰਸ ਦੀ ਤਾਕਤ ਹੈਗੀ ਆ ਮੇਰੇ ਕੋਲ। ਮੈਂ ਪਾਰਟੀ ਦਾ ਜ਼ਰੂਰ ਪ੍ਰਧਾਨ ਆ। ਕਿ ਤੁਸੀਂ ਇਸ ਗੱਲ ਨੂੰ ਆਪਾਂ, ਤੁਸੀਂ ਮਤਲਬ ਇਹ ਕਹਿਣਾ ਚਾਹੁੰਦੇ ਹੋ ਵੀ ਨਾ ਹੋ ਕੇ ਵੀ, ਹਾਰ ਕੇ ਵੀ ਜਿਹੜੀ ਤਾਕਤ ਆ ਉਹ ਉਹੀ ਰਹਿੰਦੀ ਆ, ਤੇ ਫਿਰ ਜਿੱਤਣ ਦੀ ਕੀ ਲੋੜ ਆ? ਨਹੀਂ, ਇੱਕ ਮਿੰਟ ਮੇਰੀ ਗੱਲ ਸਮਝਾ। ਇਹ ਤੁਹਾਨੂੰ ਸੋਚ ਬਦਲਣੀ ਪੈਣੀ। ਨਹੀਂ, ਜੇ ਤੁਸੀਂ ਦੇਖਿਆ ਵੀ ਅਨਪਲੈਨਿੰਗ ਤਰੀਕੇ ਦੇ ਨਾਲ, ਉਹੀ ਕਹਿ ਰਿਹਾ, ਬੜੀ ਜਗ੍ਹਾ ਕਿਹਾ, ਲੇਕਿਨ ਜਦੋਂ ਤੁਸੀਂ MLA ਨਾ ਹੋ ਨਾ, ਫਿਰ ਤੁਹਾਨੂੰ ਬੜੀ ਥਾਂ ਜਲਾਲਤ ਸਹਿਣੀ ਪੈਂਦੀ। ਅੱਛਾ, ਫਿਰ ਤੁਹਾਨੂੰ ਬੜੀ ਥਾਂ ਜਵਾਬ ਮਿਲ ਜਾਂਦੇ ਅੱਗੋਂ, ਔਰ ਐਂਡ ਵਿੱਚ ਇਹ ਕਹਿੰਦਾ ਜੀ ਦੇਖੋ ਜੀ ਤੁਹਾਡੀ ਜ਼ਿੰਮੇਵਾਰੀ ਨਹੀਂ ਹੈ। ਤੁਸੀਂ ਦੇਖੋ, ਜੇ ਤੁਸੀਂ ਦੇਖੋ, ਸੌਰੀ ਜੀ, ਜਿਵੇਂ ਕਈ ਵਾਰ ਮੀਟਿੰਗਸ ਹੋਣੀ ਸਰਕਾਰ ਦੀਆਂ, ਤੁਸੀਂ ਨਹੀਂ MLA, ਤੁਸੀਂ ਬਹਿ ਵੀ ਨਹੀਂ ਸਕਦੇ, ਨਹੀਂ ਬੈਠ ਸਕਦੇ। ਉਹਦੇ ਵਾਸਤੇ ਫਿਰ MLA ਦੀ ਅਥਾਰਟੀ ਕਿਉਂ ਖਤਮ ਕਰਦੇ ਆ ਆਪਾਂ? ਤੁਸੀਂ ਵੀ ਇਹੀ ਕਹਿ ਰਹੇ ਹੋ ਨਾ ਵੀ ਆਪੋਜੀਸ਼ਨ ਵਾਲੇ MLA ਦੀ ਅਥਾਰਟੀ ਖਤਮ ਕਰ ਦਿੰਦੇ ਆ। ਫਿਰ ਆਪਾਂ ਔਰ ਤੁਸੀਂ ਉਸੇ ਚੀਜ਼ ਨੂੰ ਮੇਰੇ ਤੇ ਕਹਿੰਦੇ ਹੋ। ਖਤਮ ਵੀ ਆਬਜੈਕਟ ਵੀ ਤੁਸੀਂ ਕਰਦੇ ਹੋ ਵੀ ਨਹੀਂ, ਫਿਰ ਇਹਦਾ ਮਤਲਬ ਤੁਸੀਂ ਉਹ ਸਰਕਾਰ ਹੋ। ਜਦੋਂ ਤਾਂ ਜਿਹੜੀ ਚੀਜ਼ ਨੂੰ ਸੂਟ ਕਰੇ ਆਪਾਂ ਉੱਥੇ ਫਿੱਟ ਕਰ ਦਈਦਾ ਉਹਨੂੰ, ਵੀ ਜਦੋਂ ਤਾਂ ਅਥਾਰਟੀ ਖਤਮ ਹੋ ਰਹੀ ਆ ਉਹ ਅਸੀਂ ਕਸੂਰਵਾਰ, ਤੇ ਜਦੋਂ ਤੁਸੀਂ ਕਹੋ ਵੀ ਤੁਸੀਂ ਸਰਕਾਰ ਸੀ ਬਈ। ਮੈਂ ਤਾਂ ਤੁਹਾਡੀਆਂ ਗੱਲਾਂ ਚੋਂ ਹੀ ਲੈ ਰਿਹਾ, ਮੇਰੀ ਗੱਲਾਂ ਚੋਂ ਲੈ ਰਿਹਾ, ਪਰ ਇਹ ਥਾਟ ਆ ਨਾ, ਇਹ ਆਮ ਲੋਕਾਂ ਦੇ ਵੀ ਥਾਟ ਆ ਨਾ। ਬੰਦਾ ਕਹਿੰਦਾ ਯਾਰ MLA ਤਾਂ ਉਹ ਆ, ਸਰਕਾਰ ਇਹਦੀ ਆ, ਫਿਰ ਆਪਾਂ ਅਨਕਨਸਟੀਟਿਊਸ਼ਨਲ ਅਥਾਰਟੀ ਨੂੰ ਇਨਕਰੇਜ ਨਹੀਂ ਕਰਨਾ ਚਾਹੀਦਾ। ਤੇ ਤੁਸੀਂ ਯੂਥ ਦੀ ਗੱਲ ਕੀਤੀ ਆ, ਜਦੋਂ ਟਿਕਟਾਂ ਬਣਨੀਆਂ ਸੀਗੀਆਂ ਤਾਂ ਪਹਿਲਾਂ ਤਾਂ ਇਹ ਕਹਿੰਦੇ ਰਹੇ ਵੀ ਜਿਹੜੀ ਹੈਗੀ 35-40% ਜਿਹੜਾ ਯੂਥ ਨੂੰ ਇਸ ਵਾਰ ਟਿਕਟਾਂ ਦਿੱਤੀਆਂ ਜਾਊਗੀਆਂ, ਪਰ ਯੂਥ ਘੱਟ ਦਿਸਦਾ, ਉਹ ਲੋਕ ਜ਼ਿਆਦਾ ਦਿਸ ਗਏ ਜਿਹੜੇ ਪਹਿਲਾਂ ਇਹ ਲੱਗਦਾ ਸੀ ਵੀ ਹੁਣ ਇਹ ਸਿਆਸਤ ਤੋਂ ਇਹਨਾਂ ਦੇ ਸੰਨਿਆਸ ਲੈਣ ਦਾ ਟਾਈਮ ਆ ਗਿਆ, ਉਹਨਾਂ ਨੂੰ ਵੀ ਟਿਕਟਾਂ ਦੇ ਦਿੱਤੀਆਂ ਗਈਆਂ। ਕਿਹਨੂੰ? ਆਮ ਲੋ ਆਪਾਂ ਡਿਸਕਸ ਕਰਦੇ। ਹਾਂਜੀ, ਬੀਬੀ ਰਜਿੰਦਰ ਕੌਰ ਭੱਠਲ ਜੀ ਨੂੰ ਜਿਹੜੀ ਸੀ ਟਿਕਟ ਦਿੱਤੀ ਗਈ ਹੈ, ਤੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਹੋਰੀ ਹੋ ਗਏ। ਮਤਲਬ ਕਿ ਯੂਥ ਜ਼ਿਆਦਾ ਨਜ਼ਰ ਨਹੀਂ ਆਇਆ। ਕਿਉਂ ਨਹੀਂ ਆਇਆ ਯੂਥ? ਤੁਸੀਂ ਸਾਨੂੰ ਨਹੀਂ ਅਸੀਂ ਨਜ਼ਰ ਆ ਰਹੇ? ਨਹੀਂ, ਬਿਲਕੁਲ ਨਜ਼ਰ ਆ ਰਹੇ, ਪਰ ਤੁਸੀਂ 40% ਕਹਿੰਦੇ। ਆ ਗੜਸ਼ੰਕਰ ਤੋਂ ਉਹਨੂੰ ਮਿਲੀ ਮੁੰਡੇ ਨੂੰ ਟਿਕਟ, ਉਹ ਵੀ ਯੂਥ ਦਾ ਸਾਡੀ ਦਾ ਹੈਗਾ। ਪਟਿਆਲੇ ਤੋਂ ਬ੍ਰਹਮਿੰਦਰਾ ਜੀ ਦੇ ਨੂੰ ਰਿਟਾਇਰ ਕਰਕੇ ਉਹਨਾਂ ਦੇ ਬੇਟੇ ਨੂੰ ਦਿੱਤੀ ਟਿਕਟ। ਪਰਿਵਾਰ ਸੁਨੀਲ ਜਾਖੜ ਜੀ ਦੇ ਭਤੀਜੇ ਨੂੰ ਦੇ ਦਿੱਤੀ। ਇੱਕ ਮਿੰਟ ਹਾਂਜੀ, ਫਿਰ ਮਤਲਬ ਦੇਖੋ, ਫਿਰ ਇਹ ਵੀ ਵੇਖੋ ਨਾ, ਅਗਰ ਪਰਿਵਾਰਵਾਦ ਆ ਤੇ ਫਿਰ ਮੇਰਾ ਪਰਿਵਾਰਵਾਦ ਕੀ ਆ? ਮੈਨੂੰ ਦੂਜੀ ਵਾਰ ਪਾਰਟੀ ਨੇ ਟਿਕਟ ਦੇ ਦਿੱਤੀ,
ਤੁਹਾਨੂੰ ਦਿੱਤੀ ਹੈ ਨਾ, ਨਹੀਂ, ਤੁਸੀਂ ਇਹਦੇ ਯੂਥ ਹੋ, ਤੁਸੀਂ ਮੰਨਦੇ ਹੋ ਤੁਸੀਂ ਯੂਥ ਹੋ, ਤੇ ਜਿਨ੍ਹਾਂ ਦੀ ਤੁਸੀਂ ਕਹਿੰਦੇ ਹੋ ਵੀ ਇਹਨਾਂ ਨੂੰ ਕਰਕੇ ਯੂਥ ਨੂੰ ਦਿੱਤੀ ਹੈ, ਤੇ ਉੱਥੇ ਤਾਂ ਫਿਰ ਪਰਿਵਾਰਵਾਦ ਦੀ ਨਹੀਂ ਮੇਰੀ ਗੱਲ ਸੁਣੋ ਨਾ, ਇਹ ਮਿਕਸਚਰ ਤਾਂ ਹੋਣਾ ਚਾਹੀਦਾ ਨਾ। ਤੁਸੀਂ ਇਹ ਵੀ ਵੇਖੋ, ਪਾਰਟੀ ਨੇ ਮੈਨੂੰ ਵੀ ਟਿਕਟ ਦਿੱਤੀ, ਪਾਰਟੀ ਅੱਗੇ ਵੀ ਸ਼ਾਇਦ 2 ਹੋਰ ਨੌਜਵਾਨਾਂ ਨੂੰ ਟਿਕਟ ਦੇਊਗੀ। ਜਿਹੜਾ ਮੁੰਡਾ ਗੜਸ਼ੰਕਰ ਤੋਂ ਆ, ਉਹ ਕਿਹੜਾ ਪੋਲੀਟੀਕਲ ਆ? ਲੋਕਾਂ ਨੇ ਆਪਣਾ ਕੀ ਕਹਿੰਦੇ, ਗੋਲਡੀ ਕਿਹੜਾ ਪੋਲੀਟੀਕਲ ਸੀਗਾ? ਕਿਹੜੀ ਪਰਿਵਾਰਵਾਦ ਚੋਂ ਆਇਆ ਸੀ? ਖੁਸ਼ਬਾਜ਼ ਜਟਾਣੇ ਨੂੰ ਟਿਕਟ ਮਿਲੀ ਅੱਜ, ਉਹ ਕਿਹੜੇ ਪਰਿਵਾਰ ਚੋਂ ਆ? ਫਿਰ ਇਹ ਤਾਂ ਦੇਖੋ, ਕਿਤੇ ਨਾ ਕਿਤੇ ਤਾਂ ਸ਼ਲਾਘਾ ਹੋਣਾ ਇਸ ਗੱਲ ਨੂੰ। 4 ਮੈਂ ਤੁਹਾਨੂੰ ਨਾ ਗਿਣਾਤੇ ਜਿਨ੍ਹਾਂ ਦਾ ਪੱਤਰਕਾਰ ਦਾ ਫਰਜ਼ ਸ਼ਲਾਘਾ ਕਰਨਾ ਨਹੀਂ, ਸਵਾਲ ਲੈ ਕੇ ਆਉਣਾ। ਪਰ ਮੈਂ ਕਹਿੰਦਾ ਉਹ ਵੀ ਲੈ ਕੇ ਆਓ, ਲੇਕਿਨ ਅਗਰ ਇਹ 4 ਦਿੱਤੇ ਆ, ਫੈਕਚੁਅਲ ਗੱਲ ਆ, ਇਸ ਗੱਲ ਨੂੰ ਤਾਂ ਘੱਟੋ ਘੱਟ ਮੰਨੋ ਥੜੀ ਸਾਹਿਬ। ਬਿਲਕੁਲ ਮੈਂ ਤੁਹਾਨੂੰ ਇਹ ਕਹਿ ਰਿਹਾ, ਮੰਨਦੇ ਆ। 4 ਜਣਿਆਂ ਨੂੰ ਨਾਨ ਪੋਲੀਟੀਕਲ ਫੈਮਿਲੀਜ਼ ਮੈਂ ਤੁਹਾਨੂੰ ਗਿਣਾਤੀ, ਹੋਰ ਗਿਣਾ ਦਿੰਦਾ ਤੁਹਾਨੂੰ, ਹੋਰ ਤੁਹਾਨੂੰ ਗਿਣਾ ਦਿੰਦਾ ਵੀ ਜਿਹੜੇ ਬੰਦੇ ਬਿਨਾਂ ਪੋਲੀਟੀਕਲ ਬੈਕਗ੍ਰਾਉਂਡ ਤੋਂ ਦਾਮਨ ਦੀ ਸੁਨਾਮ ਤੋਂ ਟਿਕਟ ਮੰਗ ਰਹੇ ਆ। ਜਦੋਂ ਤੁਹਾਡੇ ਚ ਬਿਨਾਂ ਪੋਲੀਟੀਕਲ ਬੈਕਗ੍ਰਾਉਂਡ ਤੋਂ ਬੰਦੇ ਆ ਜਾਣ, ਉਦੋਂ ਠੀਕ ਹੈ, ਉਦੋਂ ਤੁਸੀਂ ਗਣਾਉਂਦੇ ਹੋ, ਤੇ ਜਦੋਂ ਦੂਜੇ 4 ਵੇ ਫਿਰ ਕਹਿ ਦਿੰਦੇ ਆ ਵੀ ਇਹਨਾਂ ਦਾ ਪੋਲੀਟੀਕਲ ਬੈਕਗ੍ਰਾਉਂਡ ਕੀ ਹੈ, ਇਹ ਕਿੱਥੇ ਤੇ ਕਿੱਥੋਂ ਵਿਕਾਸ ਕਰ ਲੈਣਗੇ? ਦੱਸੋ ਜਦੋਂ ਕਿਹੜਾ? ਮੈਂ ਤੁਹਾਡੇ ਜਿਹੇ ਬਥੇਰੇ ਗਣਾ ਸਕਦਾ ਹਾਂ, ਦੱਸੋ। ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਜਦੋਂ ਉਹਨਾਂ ਨੂੰ ਸਵਾਲ ਕਰਦੇ ਆ ਵੀ ਦੇਖੋ ਜੀ, ਆਮ ਘਰ ਦੇ ਬੰਦੇ ਨੂੰ ਜਿਹੜੀ ਹੈਗੀ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਜਾ ਰਹੀਆਂ, ਉਹ ਕਹਿੰਦੇ ਆਮ ਘਰ ਦੇ ਲੋਕਾਂ ਨੂੰ ਪਹਿਲਾਂ ਦਿੱਤੀਆਂ ਸੀਗੀਆਂ, ਉਹ ਵੀ ਨਹੀਂ ਸਾਂਭ ਸਕੇ। ਇਹ ਸਿਆਸਤ ਜਿਹੜੀ ਹੈਗੀ ਆ, ਸਿਆਸਤ ਦੇ ਜਿਨ੍ਹਾਂ ਨੂੰ ਤਜਰਬਾ ਹੋਵੇ ਉਹੀ ਚਲਾ ਸਕਦੇ। ਮੈਂ ਤੁਹਾਨੂੰ ਫਿਰ ਉਹੀ ਕਹਿੰਦਾ, ਬਿਲਕੁਲ ਇਹ ਵੀ ਗੱਲ ਠੀਕ ਆ, ਇਹਦੇ ਵਿੱਚ ਕੋਈ ਗੱਲ ਨਹੀਂ। ਮੈਂ ਤੁਸੀਂ ਨਹੀਂ ਆਮ ਘਰਾਂ ਚੋਂ ਸਾਡਾ ਬੈਕਗ੍ਰਾਉਂਡ ਵੀ ਵੇਖੋ ਨਾ। ਅਸੀਂ ਐ ਤਾਂ ਨਹੀਂ ਵੀ ਕੱਲ ਨੂੰ ਅਸੀਂ ਮੈਂ ਇੱਥੇ ਬਾਹਰ ਆਪਣਾ ਕੀ ਕਹਿੰਦੇ ਉਹ ਦੁਕਾਨ ਲਾਈ ਹੋਈ ਸੀ ਤੇ ਅੱਜ ਮੈਨੂੰ ਲਿਆ ਕੇ ਰਾਜਨੀਤੀ 'ਚ ਲਿਆਤਾ। ਮੇਰਾ ਯੂਨੀਵਰਸਿਟੀ ਦਾ ਪੁਰਾਣਾ ਬੈਕਗ੍ਰਾਉਂਡ ਵੀ ਵੇਖੋ ਨਾ। ਕਾਲਜਾਂ ਦੇ ਵਿੱਚ ਅਸੀਂ ਤਾਂ ਰਾਜਨੀਤੀ ਨੂੰ ਪੜ੍ਹਾਈ ਦੇ ਨਾਲ ਰਾਜਨੀਤੀ ਸ਼ੁਰੂ ਕਰ ਦਿੱਤੀ ਸੀ। 15 ਸਾਲ ਦਾ ਤੱਪ ਵੀ ਆ ਨਾ, ਠੀਕ ਆ। ਤੁਸੀਂ ਸਾਨੂੰ ਥੋੜਾ ਪਤਾ ਸੀ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਰਹਿ ਕੇ ਆ ਕਰਾਂਗੇ। NSUI ਦੇ ਵਿੱਚ ਆਏ, ਫਿਰ ਯੂਥ ਕਾਂਗਰਸ ਵਿੱਚ ਆਏ, ਆਰਗੇਨਾਈਜੇਸ਼ਨ ਜਥੇਬੰਦੀਆਂ ਚੋਂ ਵੇਖੀਆਂ। ਇਹ ਇਨਸਟੈਂਟ ਨਹੀਂ ਸੀਗਾ ਨਾ ਬਾਈ ਜੀ, ਨਾ ਤਾਂ ਜਟਾਣੇ ਦਾ ਇਨਸਟੈਂਟ ਸੀ, ਨਾ ਗੋਲਡੀ ਦਾ ਇਨਸਟੈਂਟ ਸੀ, ਨਾ ਇਹਦਾ ਗੜਸ਼ੰਕਰ ਲਾਲੀ ਦਾ ਇਨਸਟੈਂਟ ਆ। ਇਹ ਸਾਰੇ ਬੰਦੇ ਇਹਨੂੰ ਆਪਣਾ 10 ਸਾਲ ਹੋ ਗਏ ਟਿਕਟ ਮੰਗਦੇ ਨੂੰ, ਗੋਲਡੀ ਨੂੰ 10 ਸਾਲ ਹੋ ਗਏ ਸੀ ਟਿਕਟ ਮੰਗਦੇ ਨੂੰ, ਜਟਾਣੇ ਨੂੰ 10 ਸਾਲ ਹੋ ਗਏ ਸੀ ਟਿਕਟ ਮੰਗਦੇ ਨੂੰ, ਦਾਮਨ ਨੂੰ ਬੜੀ ਦੇਰ ਹੋ ਗਈ ਟਿਕਟ ਮੰਗਦੇ ਨੂੰ। ਤਾਂ ਮਤਲਬ ਪਾਰਟੀ ਨੇ ਇਹਨਾਂ ਨੂੰ ਹੌਲੀ ਹੌਲੀ ਡਿਵੈਲਪ ਕੀਤਾ। ਰਾਜਾ ਵੜਿੰਗ ਨੂੰ ਟਿਕਟ ਦਿੱਤੀ, ਉਹ ਤੋਂ ਬਾਅਦ MLA ਬਣਾਇਆ, ਦੂਜੀ ਵਾਰ ਮੰਤਰੀ ਬਣਾਇਆ। ਇਹ ਫਰਕ ਆ ਦੂਜੀ ਵਾਰ ਸਾਡੀ ਪਾਰਟੀਆਂ 'ਚ। ਉਹ ਤਾਂ ਕਹਿੰਦੇ ਆ ਵੀ ਨਾ, ਜਿਹਨੂੰ ਮਰਜ਼ੀ ਚੱਕੋ ਤੇ ਉਹਨੂੰ ਡਰਾਮਾ ਕਰਾਓ ਤੇ ਉਹਨੂੰ ਕੋਈ ਵੀ ਰਾਜਨੀਤੀ ਆ 4 ਡਰਾਮੇ ਕਰਨੇ ਆ ਔਰ ਇਸ ਤੋਂ ਬਾਅਦ ਰਾਜਨੀਤੀ ਹੋ ਜਾਂਦੀ ਆ। ਰਾਜਨੀਤੀ ਸੀਰੀਅਸ ਆ। ਜਿਹੜੀ ਸਾਰੀਆਂ ਉਮੀਦਵਾਰਾਂ ਦੀ 86 ਉਮੀਦਵਾਰਾਂ ਦੀ ਲਿਸਟ ਆਈ ਆ, ਸਾਰਿਆਂ ਦੇ ਨਾਲ ਸਹਿਮਤ ਹੋ? ਠੀਕ ਮਿਲੀਆਂ ਸਾਰਿਆਂ ਨੂੰ ਟਿਕਟਾਂ? ਦੇਖੋ ਮੇਰਾ ਇੱਥੇ ਇਤਿਹਾਸ ਖੇਤਰ ਬਾਈ ਜੀ ਯੂਥ ਨੂੰ ਰਿਪਰੈਜ਼ੈਂਟ ਕਰਦੇ ਨਹੀਂ, ਦੇਖੋ ਮੈਂ ਕਰਦਾ ਵਾਂ, ਲੇਕਿਨ ਜਦੋਂ ਪਾਰਟੀ ਨੇ ਟਿਕਟ ਦੇ ਦਿੱਤੀ ਫਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ। ਫਿਰ 7 ਵਚਨ ਸਹੀ ਮਿਲੀ ਹੈ। ਦੇਖੋ ਮੈਂ ਫਿਰ ਉਹੀ ਕਹਿ ਰਿਹਾ, ਮੈਂ ਪਾਰਟੀ ਦੇ ਟਿਕਟ ਦੇ ਉੱਤੇ ਮੈਂ ਉਸ ਤੋਂ ਪਹਿਲਾਂ ਜ਼ਰੂਰ ਰੌਲਾ ਪਾ ਸਕਦੇ, ਪਾਰਟੀ ਦੇ ਉੱਤੇ ਗੱਲ ਜ਼ਰੂਰ ਕਰ ਸਕਦੇ, ਲੇਕਿਨ ਜਦੋਂ ਟਿਕਟ ਮਿਲ ਜੇ ਫਿਰ ਮੇਰਾ ਇਕਲਾਕੀ ਫਰਜ਼ ਨਹੀਂ ਬਣਦਾ ਉਸ ਕਿਸੇ ਵੀ ਬੰਦੇ ਬਾਰੇ ਬੋਲਣ ਦਾ। ਫਿਰ ਲੋਕ ਫੈਸਲਾ, ਉਹ ਤਾਂ ਪਾਰਟੀ ਨੇ ਟਿਕਟ ਦਿੱਤੀ, ਉਹ ਲੋਕ ਫੈਸਲਾ ਕਰ ਦੇਣਗੇ। ਅਗਰ ਸਹੀ ਗਲਤ, ਦੇਖੋ ਮੇਰੇ ਸਹੀ ਗਲਤ ਕਰਨ ਨਾਲ ਆਪਣਾ ਕੋਈ ਗੱਲ ਉਹ ਨਹੀਂ ਤੁੱਕ ਬਣਦੀ। ਹੁਣ ਤਾਂ ਲੋਕਾਂ ਦੇ ਹੱਥ ਕਚਹਿਰੀ 'ਚ ਭੇਜਤਾ ਉਹਨਾਂ ਨੇ। ਅਸੀਂ ਇਹੀ ਰੌਲਾ ਪਾਵਾਂਗੇ ਵੱਧ ਤੋਂ ਵੱਧ ਵੀ ਇਹਨੂੰ ਨਾ ਦਿਓ। ਇਹਨੇ ਮੇਰੇ ਤੇ ਕੋਈ ਇਤਰਾਜ਼ ਕਰ ਸਕਦਾ ਵੀ ਇਹਨੂੰ ਨਾ ਦਿਓ, ਵੀ ਨਹੀਂ ਇਹਦੇ ਅੰਦਰ ਮੁਸ਼ਕਿਲ ਆ, ਵੀ ਇਹਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ। ਅਲਟੀਮੇਟਲੀ ਜਦੋਂ ਪਾਰਟੀ ਨੇ ਇੱਕ ਫੈਸਲਾ ਕਰ ਲਿਆ ਫਿਰ ਗੱਲ ਖਤਮ। ਤੇ ਹੁਣ ਮਾਨਸਾ ਦੇ ਵਿੱਚ ਕਿਉਂਕਿ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਵੀ ਕਰਦੇ ਹੋ, ਤੁਹਾਡੇ ਪੂਰਾ ਪੰਜਾਬ ਯੂਥ ਜਿਹੜਾ ਹੈਗਾ ਕਾਂਗਰਸ ਦਾ ਯੂਥ ਹੈ ਉਹ ਜੁੜਿਆ ਵੀ ਹੋਇਆ ਤੁਹਾਡੇ ਨਾਲ, ਤੇ ਹੁਣ ਮਾਨਸਾ ਤੋਂ ਕਿਹਨੂੰ ਸਪੋਰਟ ਕਰੋਗੇ? ਫਿਰ ਸਿੱਧੂ ਮੂਸੇਵਾਲੇ ਨੂੰ ਕਹੋਗੇ ਵੀ ਵੋਟਾਂ ਪਾਓ ਉਹਨੂੰ? ਮੇਰੀ ਉੱਥੇ ਦੇਖੋ, ਮੈਂ ਤਾਂ ਜਸਪਿੰਦਰ ਤੇ ਇਹ ਸਾਰਾ, ਮੇਰੀ ਏਡੀ ਰੀਚ ਨਹੀਂ ਹੈਗੀ ਵੀ ਮੈਂ ਇਹ ਕਹਾਂ ਵੀ ਮੈਂ ਸਾਰੇ ਪੰਜਾਬ 'ਚ ਕਰ ਸਕਦਾ। ਸਿੱਧੂ ਦੀ ਜ਼ਰੂਰ ਰੀਚ ਹੈਗੀ। ਪੰਜਾਬ ਦੇ ਪ੍ਰਧਾਨ ਕਿਵੇਂ ਤੁਸੀਂ? ਨਹੀਂ, ਜੇ ਤੁਹਾਡੀ ਰੀਚ ਨਹੀਂ। ਮੇਰੀ ਰੀਚ ਆਪਣੀ ਪਾਰਟੀ 'ਚ, ਮੇਰੀ ਆਰਗੇਨਾਈਜੇਸ਼ਨ 'ਚ। ਆਪਣੀ ਪਾਰਟੀ ਦੇ ਹੀ ਕਹਿ ਰਿਹਾ, ਫਿਰ ਉੱਥੇ ਦੇ ਲੋਕਾਂ ਨੂੰ, ਉੱਥੇ ਦੇ ਨੌਜਵਾਨਾਂ ਨੂੰ ਕੀ ਕਹਿੰਦੇ ਹੋ? ਪਾਰਟੀ ਦੇ ਹਰ ਕੈਂਡੀਡੇਟ ਨੂੰ ਅਸੀਂ ਸਮਰਪਿਤ ਹਾਂ ਔਰ ਉਹਨਾਂ ਨੂੰ ਵੋਟ ਪਾਉਣ ਨੂੰ ਕਵਾਂਗੇ। ਮੇਰੇ ਵਾਸਤੇ ਉਹ ਮੈਟਰ ਨਹੀਂ ਕਰਦਾ ਵੀ ਉਹ ਕੌਣ ਹੈਗਾ ਵਾ। ਫਿਰ ਮੇਰੇ ਵਾਸਤੇ ਤੁਸੀਂ ਇੱਕ ਗੱਲ ਇਹ ਕਹੀ ਸੀਗੀ ਉੱਥੇ ਜਾ ਕੇ, ਬਈ ਸਿੱਧੂ ਮੂਸੇਵਾਲਾ ਠੀਕ ਹੈ, ਤੂੰ ਬਹੁਤ ਫੇਮਸ ਬੰਦਾ ਹੈ, ਪਰ ਨੌਜਵਾਨ ਦੇ ਹੱਕ ਦੇ ਉੱਤੇ ਡਾਕਾ ਨਾ ਮਾਰ। ਤੇ ਜਿਸ ਨੌਜਵਾਨ ਦੇ ਉੱਤੇ ਡਾਕਾ ਵੱਜ ਚੁੱਕਿਆ ਤੁਹਾਡੇ ਮੁਤਾਬਕ, ਤੇ ਉਹ ਹੁਣ ਡਾਕੇ ਮਾਰਨ ਵਾਲਿਆਂ ਦੇ ਵੀ ਜਿਨ੍ਹਾਂ ਨੇ ਲੋਕਾਂ ਦੇ ਹੱਕ ਖਾ ਲਏ, ਉਹਨਾਂ ਨੂੰ ਟਿਕਟਾਂ ਪਾਉਣ ਲਈ, ਚਾਹੇ ਤੁਹਾਡੀ ਪਾਰਟੀ ਇਮਾਨਦਾਰ ਬੰਦਾ ਤਾਂ ਚਾਹੇ ਆਪਣੀ ਪਾਰਟੀ, ਉਹ ਤਾਂ ਲੜ ਜਾਂਦਾ ਜੀ ਇਮਾਨਦਾਰੀ ਨਾਲ। ਇਮਾਨਦਾਰੀ ਨਾਲ ਲੜੇ ਆ। ਅੱਜ ਵੀ ਜਸਪਿੰਦਰ ਨਾਲ ਖੜੇ ਆ। ਜਸਪਿੰਦਰ ਨੂੰ ਕੱਲਾ MLA ਬਣਾਉਣਾ ਸਾਡਾ ਸੁਪਨਾ ਨਹੀਂ ਆ।
ਔਰ ਕੱਲਾ ਐਮਐਲਏ ਜਿਹੜਾ ਤੁਸੀਂ ਗੱਲ ਕਰਦੇ ਹੋ ਇਹ ਵੀ ਡਾਕਾ ਉਹਨੂੰ ਉਹਦਾ ਹੱਕ ਦਿਵਾਵਾਂਗੇ। ਆਹ ਚੀਜ਼ ਅਗਰ ਐਮਐਲਏ ਤੋਂ ਉੱਪਰਲੀ ਵੀ ਕੋਈ ਚੀਜ਼ਾਂ ਹੁੰਦੀਆਂ, ਐਮਐਲਏ ਤੋਂ ਵੱਧ ਕੇ ਵੀ ਕੋਈ ਚੀਜ਼ ਹੁੰਦੀ ਆ, ਜਸਪਿੰਦਰ ਦੇ ਮਾਨ ਸਨਮਾਨ ਦੀ ਵੀ ਗੱਲ ਕਰਾਂਗੇ। ਇਹ ਗੱਲ ਫਿਰ ਜਦੋਂ ਰੈਲੀ ਕੀਤੀ ਸੀ ਉਦੋਂ ਹੀ ਦੱਸ ਦੇਣਾ ਸੀ ਮੈਂ ਉਦੋਂ ਵੀ ਕਿਹਾ ਹਾਂ। ਉਹ ਟਿਕਟ ਮੰਗਣ ਵਾਸਤੇ ਕੀ ਗਲਤ ਕਿਹਾ ਮੈਂ ਵੀ ਤੂੰ ਉਹਦੇ, ਮੈਂ ਕੀ ਗੱਲ ਕਹੀ, ਤੁਸੀਂ ਇੱਕ ਗੱਲ ਨੂੰ ਜ਼ਰੂਰ ਕਰ ਰਹੇ ਜੇ, ਮੈਂ ਪੂਰੀ ਗੱਲ ਅੱਜ ਵੀ ਕਹਿੰਦਾ ਜਸਪਿੰਦਰ ਦਾ ਹੱਕ ਮਾਰਿਆ ਗਿਆ, ਲੇਕਿਨ ਮੇਰੇ ਹੱਕ ਜਸਪਿੰਦਰ ਦੇ ਹੱਕ ਤੋਂ ਉੱਪਰ ਪਾਰਟੀ ਆ। ਅਗਰ ਪਾਰਟੀ ਨੇ ਇੱਕ ਫੈਸਲਾ ਕਰ ਲਿਆ, ਅਗਰ ਪਾਰਟੀ ਨੇ ਫੈਸਲਾ ਕਰ ਲਿਆ, ਮੈਂ ਪਾਰਟੀ ਤੋਂ ਉੱਪਰ ਵੱਡਾ ਹੋ ਕੇ ਥੋੜਾ ਕਰ ਸਕਦਾ ਐਡਾ। ਮੈਂ ਤਾਂ ਅੱਜ ਵੀ ਇਹ ਗੱਲ ਕਹਿੰਦਾ ਵੀ ਜਸਪਿੰਦਰ ਦਾ ਹੱਕ ਮਾਰਿਆ ਗਿਆ, ਠੀਕ ਹੈ, ਲੇਕਿਨ ਇਹਦਾ ਇਹ ਮਤਲਬ ਨਹੀਂ ਹੈ ਹੁਣ ਹੱਕ ਮਾਰ ਲਿਆ ਤੇ ਹੁਣ ਅਸੀਂ ਠੋਕਣ ਚੱਲ ਪਈਏ ਦੂਜੇ ਪਾਸੇ ਨੂੰ। ਇਹ ਫਿਰ ਕਿਹੜੀ ਰਾਜਨੀਤੀ ਹੋ ਗਈ ਵੀ ਹੱਕ ਮਾਰ ਲਿਆ, ਹੱਕ ਲਵਾਂਗੇ। ਹੱਕ ਕੱਲਾ ਐਮਐਲਏ ਦਾ ਤਾਂ ਨਹੀਂ ਨਾ। ਅਗਰ ਪਾਰਟੀ ਨੇ ਇੱਕ ਫੈਸਲਾ ਕਰ ਲਿਆ, ਅਸੀਂ ਆਪਣੀ ਦਾਅਵੇਦਾਰੀ ਦਿੱਤੀ, ਅਸੀਂ ਪੂਰੀ ਜੀ ਤੋੜ ਕੇ ਪੇਸ਼ ਕੀਤੀ, ਠੀਕ ਆ। ਅੱਜ ਜਸਪਿੰਦਰ ਵੀ ਮੇਰੀ ਗੱਲ ਦਾ ਲਿਆ ਸੀ ਨਾ ਤੁਸੀਂ। ਮੈਂ ਅੱਜ ਵੀ ਕਹਿੰਦਾ, ਮੈਂ ਕਿਹੜਾ ਉਸ ਗੱਲ ਤੋਂ ਕਿਸੇ ਗੱਲ ਤੋਂ ਮੁੱਕਰ ਰਿਹਾ ਵਾਂ, ਜਾਂ ਮੈਂ ਕਿਹੜਾ ਗੱਲ ਕਰ ਰਿਹਾ। ਜਸਪਿੰਦਰ ਖੜਾ ਹੋ ਜਾਊਗਾ, ਜਸਪਿੰਦਰ ਲੈ ਜੇ 40,000 ਵੋਟ, ਮੂਸੇਵਾਲਾ ਵੀ ਲੈ ਜੇ 42,000 ਵੋਟ, ਤੇ ਆਪਣਾ ਜਿੱਤ ਜੇ ਆਪਣਾ ਕਹਿੰਦੇ ਆਮ ਆਦਮੀ ਵਾਲਾ, ਫਿਰ ਹੱਕ ਕਿੱਥੇ ਜਾਊਗਾ? ਫਿਰ ਹੱਕ ਕਿਹਦਾ ਮਰ ਗਿਆ? ਅਸੀਂ ਕਿਸੇ ਨੂੰ ਹੈਰਾਨ ਕਰਕੇ ਥੋੜਾ ਰਾਜਨੀਤੀ ਕਰ ਰਹੇ ਹਾਂ ਵੀ ਉਹਨੂੰ ਹਰਾਣਾ ਜਾਂ ਉਹਨੂੰ ਠੋਕਣਾ। ਪਾਰਟੀ ਵੀ ਆ, ਅਸੀਂ ਇਹ ਕਹਿ ਰਹੇ ਸੀ ਵੀ ਤੂੰ ਡਾਕਾ ਮਾਰ ਰਿਹਾ, ਠੀਕ ਆ ਭਾਈ, ਵੀ ਜਸਪਿੰਦਰ ਵਧੀਆ ਜਿੱਤ ਸਕਦਾ ਇੱਥੋਂ, ਤੁਸੀਂ ਦੂਜੀ ਸੀਟ ਤੋਂ ਲੜ ਲਓ, ਵੀ ਜਸਪਿੰਦਰ ਵੀ ਜਿੱਤ ਜੂਗਾ, ਤੁਸੀਂ ਵੀ ਜਿੱਤ ਜਾਓਗੇ। ਇਹਦੇ ਵਿੱਚ ਤੁਸੀਂ ਇਸ ਸੰਖੇਪ ਚ ਵੇਖੋ ਨਾ, ਹੁਣ ਪਾਰਟੀ ਨੇ ਇੱਕ ਗੱਲ ਨਹੀਂ ਮੰਨੀ, ਹੁਣ ਅਸੀਂ ਕਹਦੇ ਜਸਪਿੰਦਰ ਨੂੰ ਵੀ ਖੜਾ ਕਰ ਦਈਏ, ਜਸਪਿੰਦਰ ਆਪਣਾ ਕਹਿੰਦੇ ਵੋਟ ਵੱਧ ਲੈ ਜੇ, ਘੱਟ ਲੈ ਜੇ, ਔਰ ਵੋਟ ਕਾਂਗਰਸ ਦੀ ਲੈ ਜੇ, ਔਰ ਜਿੱਤ ਤੀਜਾ ਜਾਵੇ। ਇਹ ਕੰਮ ਨਹੀਂ ਕਰ ਸਕਦੇ। ਤੇ ਜਸਪਿੰਦਰ ਫਿਰ ਹੁਣ ਸਹਿਮਤ ਹੋ ਗਿਆ ਤੁਹਾਡੇ ਨਾਲ? ਮੈਂ ਜਸਪਿੰਦਰ ਨਾਲ ਮੇਰੀ ਗੱਲ ਨਹੀਂ ਹੋਈ, ਉਹ ਜਸਪਿੰਦਰ ਦਾ ਫੈਸਲਾ ਵਾ, ਜੋ ਵੀ ਉਹਦਾ ਫੈਸਲਾ ਹੋਊਗਾ ਉਹਦਾ ਸਤਿਕਾਰ ਆ। ਮਤਲਬ ਕਿ ਤੁਸੀਂ ਜਸਪਿੰਦਰ ਨੂੰ ਟਿਕਟ ਨਾ ਮਿਲਣ ਤੋਂ ਬਾਅਦ ਦਿਲਾਸਾ ਵੀ ਨਹੀਂ ਦਿੱਤਾ ਵੀ ਚੱਲ ਕੋਈ ਨਾ ਯਾਰ ਤੁਹਾਡੀ ਗੱਲ ਨਹੀਂ ਹੋਈ ਜੇ? ਕਿਉਂ ਤੁਸੀਂ ਐ ਸੋਚਦੇ ਹੋ? ਗੱਲ ਤੁਸੀਂ ਕਿਆ ਕਰੋ, ਚਲੋ ਜਸਪਿੰਦਰ ਨੂੰ ਫੋਨ ਲਾਓ ਫੋਨ ਜਸਪਿੰਦਰ ਨੂੰ। ਤੁਸੀਂ ਕਹਿ ਰਹੇ ਹੋ, ਤੁਸੀਂ ਹੁਣ ਕਿਹਾ ਤੁਸੀਂ ਕਿਹਾ ਗੱਲ ਨਹੀਂ ਹੋਈ? ਨਹੀਂ, ਮੈਂ ਜਸਪਿੰਦਰ ਨਾਲ ਇਲੈਕਸ਼ਨ ਲੜਨ ਬਾਰੇ ਗੱਲ ਨਹੀਂ ਹੋਈ। ਰਾਤ ਨੂੰ ਅਸੀਂ ਇਕੱਠੇ ਸੀ, ਰਾਤ ਨੂੰ ਉਹਦੀ ਸਾਰੀ ਲੀਡਰਸ਼ਿਪ ਨੂੰ ਮਿਲਾਇਆ, ਸਾਰੇ ਲੀਡਰਾਂ ਨਾਲ ਵੱਡਿਆਂ ਨਾਲ ਗੱਲ ਕਰਾਈ, ਉਹਨਾਂ ਨੇ ਉਹਨੂੰ ਹੌਸਲਾ ਦਿੱਤਾ ਵੀ ਨਹੀਂ ਜਸਪਿੰਦਰ ਦੇਖ, ਉਹ ਬਹੁਤ ਭਾਵੁਕ ਸੀ, ਉਹ ਕਹਿੰਦਾ ਮੇਰਾ ਹੱਕ ਦਾ ਇਹ ਗੱਲ ਹੋਈ ਆ। ਔਰ ਜਸਪਿੰਦਰ ਨੂੰ ਮੈਂ ਇਹ ਕਹਿੰਦਾ ਵੀ ਉਹਨੂੰ ਇੱਥੇ ਹੀ ਆ ਰਿਹਾ, ਉਹਨੂੰ ਮੈਂ ਇੱਥੇ ਕਿਹਾ, ਮੈਂ ਕਿਉਂਕਿ ਮੈਂ ਨਹੀਂ ਜਾ ਸਕਦਾ, ਮੈਂ ਤੂੰ ਇੱਕ ਵਾਰ ਮੇਰੇ ਕੋਲ ਆ ਜਾ, ਠੀਕ ਆ, ਵੀ ਆਪਾਂ ਇੱਥੇ ਬਹਿ ਕੇ ਗੱਲ ਕਰਦੇ ਹਾਂ। ਪਾਰਟੀ ਦੇ ਵਿਰੋਧ ਦੇ ਵਿੱਚ ਨਹੀਂ ਖੜੇ ਹੋਣਾ ਆਪਾਂ, ਠੀਕ ਆ, ਪਾਰਟੀ ਆ, ਪਾਰਟੀ ਦਾ ਫੈਸਲਾ ਵਾ ਸਿਰ ਮੱਥੇ, ਲੇਕਿਨ ਆਪਾਂ ਆਪਸ 'ਚ ਲੜ ਭਿੜ ਕੇ ਅਗਰ ਅਕਾਲੀ ਦਲ ਹੀ ਜਿੱਤ ਜੇ, ਸਾਡੀ ਲੜਾਈ ਤਾਂ ਕਿਤੇ ਨਾ ਕਿਤੇ ਆਪਸ 'ਚ ਜ਼ਰੂਰ ਕਿਸੇ ਨਾਲ ਮਸਲਾ ਹੋ ਸਕਦਾ, ਲੇਕਿਨ ਅਕਾਲੀ ਦਲ ਤਾਂ ਨਹੀਂ ਜਿਤਾਣੀ ਨਾ। ਉਹ ਬੰਦੇ ਤਾਂ ਨਹੀਂ ਜਿਤਾ ਸਕਦੇ ਜਿਹੜੇ ਜਿਨ੍ਹਾਂ ਨੇ ਸਭ ਤੋਂ ਵੱਧ ਮਤਲਬ ਡਾਕੇ ਵੀ ਮਾਰੇ, ਡਾਂਗਾਂ ਵੀ ਮਾਰੀਆਂ, ਆਪਣਾ ਗੁੰਡਾਗਰਦੀ ਵੀ ਫੈਲਾਈ ਔਰ ਬਦਮਾਸ਼ੀ ਵੀ ਕਰਨ। ਫਿਰ ਅਲਟੀਮੇਟਲੀ ਇਹ ਲੜਾਈ ਦੇ ਵਿੱਚ ਅਰਥਮੈਟਿਕਸ ਆ ਨਾ, ਇਹ ਕਿਹੜਾ ਕੋਈ ਇਮੋਸ਼ਨਲ ਲੜਾਈ ਆ ਵੀ ਤੇਰੀ ਮੇਰੀ ਬਈ ਨਹੀਂ ਬਣੀ, ਤੂੰ ਆਪਣੇ ਰਾਹ ਮੈਂ ਆਪਣੇ ਰਾਹ, ਤੀਜਾ ਵੀ ਬੈਠਾ ਹੁੰਦਾ ਇੱਥੇ। ਅੱਗੇ ਦਿਨੇਸ਼ ਚੱਡਾ ਤੇ ਦਲਜੀਤ ਸਿੰਘ ਚੀਮਾ ਵੀ ਪੂਰੀ ਤਰ੍ਹਾਂ ਤਿਆਰ ਨੇ, ਉਹ ਕਹਿੰਦੇ ਇੱਕ ਵਾਰ ਆ ਜਾਓ, ਪੂਰੀ ਤੁਸੀਂ ਤਿਆਰ ਹੀ ਪਰ ਹੋਏ ਹੁਣ ਤੱਕ ਤੇ ਤੁਸੀਂ ਇਹ ਦੇਖ ਰਹੇ ਸੀਗੇ ਬਹੁਤ ਲੋਕ, ਉਹ ਕਹਿੰਦੇ ਵੀ ਅਜੇ ਠੀਕ ਹੈ, ਥੋੜਾ ਬਹੁਤਾ ਇਲਾਕੇ ਦੇ ਵਿੱਚ ਤੁਸੀਂ ਫਿਰਦੇ ਰਹਿੰਦੇ ਵੀ ਟਿਕਟ ਦੀ ਵੇਟ ਦੇ ਵਿੱਚ ਸੀਗੇ, ਦੇਖੋ ਇਹਨਾਂ ਨਾਲ ਟੱਕਰ। ਦੇਖੋ ਮੈਂ ਕਹਿੰਦਾ 5 ਸਾਲ ਦੀ ਤਿਆਰੀ ਹੁੰਦੀ ਆ, ਜਦੋਂ ਪਿਛਲੀ ਇਲੈਕਸ਼ਨ ਤੋਂ ਹੁਣ ਫਿਰ ਅਗਲੀ 5 ਸਾਲ ਦੀ ਤਿਆਰੀ ਹੋਊਗੀ। ਔਰ ਰਾਜਨੀਤਿਕ ਤੌਰ ਦੇ ਉੱਤੇ ਤਾਂ ਆਪਾਂ ਤੁਰੇ ਫਿਰਦੇ ਹਾਂ, ਇਹ 30 ਦਿਨਾਂ ਦੀ ਇਲੈਕਸ਼ਨ ਥੋੜਾ ਹੁੰਦੀ ਆ, 30 ਦਿਨ ਤੱਕ ਕੰਪੇਨ ਦੇ ਆ, ਬਾਕੀ ਤਾਂ ਤਿਆਰੀ ਤਾਂ ਜਿਸ ਦਿਨ ਤੋਂ ਹਾਰ ਗਏ ਸੀ ਉਸ ਦਿਨ ਤੋਂ ਹੀ ਉੱਥੋਂ ਕਾਊਂਟਿੰਗ ਸੈਂਟਰ ਤੋਂ ਬਾਹਰ ਨਿਕਲਦੇ ਇਹ ਮਨ 'ਚ ਸੋਚ ਲਿਆ ਸੀ ਵੀ ਰੱਬਾ ਤੇਰਾ ਫਤਵਾ ਮਨਜ਼ੂਰ ਆ, ਹਿੰਮਤ ਦੇਈਂ, ਇੱਕ ਮੌਕਾ ਦੁਬਾਰਾ ਦੇ ਦੇਤਾ, ਔਰ ਅੱਗੇ ਮਤਲਬ ਕੋਈ ਕਸਰ ਨਹੀਂ ਛੱਡਾਂਗੇ ਵੀ ਆਪਣੇ ਵੱਲੋਂ। ਦੇਖੋ ਹਾਰ ਕੇ ਮੈਂ ਫਿਰ ਤੁਹਾਨੂੰ ਦੁਬਾਰਾ ਕਹਿੰਦਾ ਬੜਾ ਔਖਾ ਹੁੰਦਾ ਉੱਠਣਾ, ਸਰਪੰਚੀ ਹਾਰਿਆ ਹੋਵੇ ਨਾ ਸਰਪੰਚ, ਔਰ ਮੈਂ ਹਾਰਿਆ ਬਹੁਤ ਵੋਟਾਂ ਤੋਂ ਸੀ, ਉਮਰ ਮੇਰੀ 32 ਸਾਲ ਸੀ, ਪਾਰਟੀ 'ਚ ਮੇਰਾ ਕੱਦ ਬਹੁਤ ਛੋਟਾ ਸੀ, ਵੱਡੇ ਵੱਡੇ ਬੋਰਡ ਸੀ ਮੇਰੇ ਆਲੇ ਦੁਆਲੇ। ਰੱਬ ਨਾ ਕਰੇ ਹੁਣ ਫੇਰ ਹਾਰ ਜਾਂਦੇ ਹੋ, ਅਗਲੀ ਵਾਰ ਟਿਕਟ ਨਹੀਂ ਮੰਗੋਗੇ? ਬਾਈ ਚੰਗਾ ਬੋਲਦਾ ਮੂੰਹ ਤੋਂ, ਮੈਂ ਰੱਬ ਨਾ ਕਰੇ ਵੀ ਕਹਿ ਰਿਹਾ ਨਾਲ ਯਾਰ, ਤੂੰ ਕਾਹਨੂੰ, ਮੈਂ ਤਾਂ ਕਹਿੰਦਾ ਸਾਰੇ ਜਿੱਤੋ, ਸਾਡਾ ਪੰਜਾਬ ਜਿੱਤੇ, ਪੰਜਾਬ ਜਿੱਤੇ। ਦੇਖੋ ਮੈਂ ਤਾਂ ਇਹੀ ਕਹਿੰਦਾ, ਦੇਖੋ ਮੈਂ ਤੈਨੂੰ ਰਾਜਨੀਤੀ ਇੱਕ ਟੈਸਟ ਆ, ਰਾਜਨੀਤੀ ਵਿੱਚ ਅਸੀਂ ਲੋਕਾਂ ਕੋਲੋਂ ਆਪਣਾ ਰਿਪੋਰਟ ਕਾਰਡ ਨੰਬਰ ਲਈਦੇ ਆ,
ਫਿਰ ਮੈਂ ਇਹ ਸਮਝੂੰਗਾ ਵੀ ਮੈਂ ਕਾਬਲ ਨਹੀਂ ਹੈਗਾ। ਫਿਰ ਮੈਂ ਸਮਝੂੰਗਾ ਵੀ ਮੇਰੀ ਸੋਚ ਜਿਹੜੀ ਆ, ਮੇਰੀ ਰਾਜਨੀਤੀ ਆ, ਉਹ ਲੋਕਾਂ ਨੂੰ ਸ਼ਾਇਦ ਨਹੀਂ ਭਾਰੀ, ਭਾਵੇਂ ਉਹ ਮੇਰੀ ਕੋਈ ਵੀ ਕਾਰਨ ਹੋਣ। ਸੋ ਇੰਨੀ ਵਾਰ ਟੈਸਟ ਬਾਰ-ਬਾਰ ਵੀ ਦੇਣ ਦਾ ਕੋਈ ਫਾਇਦਾ ਨਹੀਂ ਹੁੰਦਾ ਵੀ ਆਪਾਂ ਬਾਰ-ਬਾਰ ਉਹੀ ਗੱਲ ਕਰੀ ਜਾਈਏ। ਫਤਿਹ ਬੁਲਾ ਦੋਗੇ ਇਸ ਤੋਂ ਬਾਅਦ ਮਤਲਬ ਕਿ? ਨਹੀਂ ਦੇਖੋ, ਮੈਂ ਆਪਣਾ ਕੋਸ਼ਿਸ਼ ਕਰੂੰਗਾ। ਮੈਂ ਜਿੱਤੂੰਗਾ ਬਾਈ, ਤੂੰ ਐ ਕਿਉਂ ਸੋਚਦਾ? ਮੈਂ ਜਿੱਤੂੰਗਾ, ਐਤਕੀ ਜਿੱਤਣਾ ਹੀ ਜਿੱਤਣਾ, ਐਤਕੀ ਗੁੰਜਾਇਸ਼ ਨਹੀਂ ਆ ਹਾਰਨ ਦੀ। ਤੂੰ ਐ ਕਿਉਂ ਹੁਣ ਤੁਸੀਂ ਮਤਲਬ ਕਿ ਮੂੰਹ ਤੋਂ ਨਹੀਂ ਕਹਿਣਾ ਚਾਹੁੰਦੇ? ਇਹ ਗੱਲ ਸੋਚਣ ਤੋਂ ਵੀ ਮਤਲਬ ਕਦੀ ਸੋਚੀ ਨਹੀਂ। ਉਸ ਤੋਂ ਬਾਅਦ ਠੀਕ ਆ, ਅੱਜ ਮੈਂ ਸੋਚਣਾ ਥੋੜਾ ਜਾ ਸਕਦਾ ਵੀ ਜੇ ਆ ਨਾ ਹੋਇਆ ਉਹ ਨਾ ਹੋਇਆ। ਮੈਂ ਤਾਂ ਇਹ ਚੜ੍ਹਦੀ ਕਲਾ ਵੱਲ ਨੂੰ ਜਾਣਾ, ਮੈਂ ਤਾਂ ਇਹ ਸੋਚਣਾ ਵੀ ਚੜ੍ਹਦੀ ਕਲਾ ਹੋਊਗੀ। ਉਸ ਤੋਂ ਬਾਅਦ ਮੈਂ ਪਿਛਲੀ ਵਾਰ ਵੀ ਨਹੀਂ ਸੋਚਿਆ ਸੀ, ਜਿਵੇਂ ਤੁਸੀਂ ਪਹਿਲੇ ਕਿਹਾ ਵੀ ਮੈਂ ਬੇਸ਼ੱਕ ਹਾਰ ਗਿਆ, ਮੈਂ ਹਿੰਮਤ ਨਹੀਂ ਹਾਰੀ। ਮੈਂ ਉਹੀ ਕਹਿੰਦਾ ਚੜ੍ਹਦੀ ਕਲਾ ਵਾਲੇ ਪਾਸੇ ਨੂੰ ਚੱਲਾਂਗੇ। ਰੱਬ ਫਤਿਹ ਕਰਾਊਗਾ ਜ਼ਰੂਰ। ਮਤਲਬ ਅੱਗੇ ਜੇ ਕੋਈ ਕਾਰਨ ਨਹੀਂ ਮੈਨੂੰ ਲੱਗਦਾ ਵੀ ਜਿਹਦੇ ਅੰਦਰ ਲੋਕ ਮੇਰੇ ਤੇ ਵਿਸ਼ਵਾਸ ਨਾ ਕਰਨ, ਔਰ ਉਸ ਤੋਂ ਬਾਅਦ ਫਿਰ ਅਗਲੀ ਸੋਚ ਜਾਰੀ ਰੱਖਦੇ ਹੁੰਦੇ ਆ। ਅੱਜ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵਾਂ ਵੀ ਬਿਲਕੁਲ ਵੀ ਅੱਜ ਲੋਕਾਂ 30 ਦਿਨ ਪਏ ਆ, ਦਿਨ ਰਾਤ ਮਿਹਨਤ ਕਰਾਂਗੇ, ਜੋ ਬੈਸਟ ਪੋਸੀਬਲ ਲੋਕਾਂ ਨੂੰ ਪਹੁੰਚ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰੂੰਗਾ ਵੀ ਆਹ ਮੇਰਾ ਰਿਪੋਰਟ ਕਾਰਡ ਆ ਮੇਰਾ ਕੰਮ ਆ, ਆਹ ਮੇਰਾ ਸਾਰਾ ਕੁਛ ਆ। ਵੋਟ ਪਾਓ, ਤੁਹਾਡੇ ਬੱਚਿਆਂ ਦੀ, ਤੁਹਾਡੇ ਆਪ ਦੀ, ਤੁਹਾਡੇ ਹੱਕ ਸੱਚ ਦੀ ਲੜਾਈ ਲੜਦਾ ਰਹੂੰਗਾ। ਹੁਣੇ ਥੋੜੀ ਦੇਰ ਪਹਿਲੇ ਹੀ ਐਡਵੋਕੇਟ ਹਰਜੋਤ ਬੈਂਸ ਨੇ ਆਮ ਆਦਮੀ ਪਾਰਟੀ ਤੋਂ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨੇ ਜਿਹੜੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਉਹ ਕਹਿੰਦੇ ਵਿਧਾਨ ਸਭਾ ਦੇ ਵਿੱਚ ਨੌਕਰੀਆਂ ਜਾਂ ਤਾਂ ਮਨਪ੍ਰੀਤ ਬਾਦਲ ਹੋਰਾਂ ਦੇ ਰਿਸ਼ਤੇਦਾਰਾਂ ਦੀ ਲਿਸਟ ਬਹੁਤ ਲੰਬੀ ਲੈ ਕੇ ਆਏ ਹੋਏ ਆ, ਜਾਂ ਫਿਰ ਰਾਣਾ KP ਹੋਰਾਂ ਦੇ ਰਿਸ਼ਤੇਦਾਰਾਂ ਦੀ ਜਿਹੜੀ ਹੈਗੀ ਆ, ਉਹ ਰਿਸ਼ਤੇਦਾਰ ਗਿਣਾ ਰਹੇ ਨੇ, ਉਹ ਨਾਮ ਬਕਾਇਦਾ ਪਤੇ ਐਡਰੈਸ ਵੀ ਦੱਸ ਰਹੇ ਨੇ ਵੀ ਆਹ ਲੋਕਾਂ ਨੂੰ ਇੱਕ ਸਪੈਸ਼ਲ ਪੋਸਟ ਕੱਢ ਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ, ਤੇ ਜਦੋਂ ਉਹ ਇੰਨਾ ਸ਼ੋਰਟੀ ਦੇ ਨਾਲ ਕਹਿ ਰਹੇ ਹੋ ਤਾਂ ਹੁਣ ਬਗਾਵਤ ਕਰੋਗੇ ਫਿਰ? ਅਗਰ ਇਹ ਗੱਲ ਆ, ਗਲਤ ਗੱਲ ਆ, ਬਹੁਤ ਮਾੜੀ ਗੱਲ ਆ, ਬਹੁਤ ਜ਼ਿਆਦਾ ਮਾੜੀ ਗੱਲ ਆ। ਅਗਰ ਤੁਸੀਂ ਚੁਣ ਕੇ ਸਿਰਫ ਆਪਣੇ ਬੰਦਿਆਂ ਨੂੰ ਨੌਕਰੀ ਦਿਓ, ਠੀਕ ਆ, ਤੁਹਾਨੂੰ ਆਪਣੇ ਬੰਦਿਆਂ ਨੂੰ ਨੌਕਰੀ ਦੇਣੀ ਕੋਈ ਮਾੜੀ ਗੱਲ ਨਹੀਂ ਆ। ਲੋੜਮੰਦਾਂ ਨੂੰ, ਅਗਰ ਕੋਈ ਲੋੜਮੰਦ ਸਾਡੀ ਪਾਰਟੀ 'ਚ ਕੋਈ ਗਰੀਬ ਵਰਕਰ ਆ, ਉਹਦੇ ਮੁੰਡੇ ਨੂੰ ਨੌਕਰੀ ਮਿਲਣੀ ਚਾਹੀਦੀ। ਰੱਜੇ ਪੁੱਜਿਆਂ ਨੂੰ ਨਹੀਂ ਮਿਲਣੀ ਚਾਹੀਦੀ। ਰੱਜੇ ਪੁੱਜੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਧਨ ਆ, ਉਹ ਮੈਰਿਟ ਦੇ ਉੱਤੇ ਆਉਣ। ਫਿਰ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਗਣਾਈਆਂ ਏ, ਉਹਨਾਂ ਨੂੰ ਇਹ ਟਿਕਟਾਂ ਦਿਓ। ਉਹਨਾਂ ਨੂੰ, ਕਿਹਨਾਂ ਨੂੰ? ਰਾਣਾ KP ਜੀ ਹੋਰਾਂ ਨੂੰ ਟਿਕਟ, ਮਨਪ੍ਰੀਤ ਬਾਦਲ ਜੀ ਨੂੰ ਟਿਕਟ। ਅਗਰ ਇਹ ਕੰਮ ਆ, ਕਈ ਵਾਰ ਕੁਝ ਫੈਸਲੇ ਲੋਕਾਂ ਤੇ ਵੀ ਛੱਡ ਦਿਓ। ਅਗਰ ਮੰਨ ਲਓ ਪਾਰਟੀ ਨੇ, ਮੈਂ ਤਾਂ ਇਮਾਨਦਾਰੀ ਦੀ ਗੱਲ ਕਰਦਾ ਨਾ, ਮੈਂ ਇਮਾਨਦਾਰੀ ਤੇ ਕਹਿ ਰਿਹਾ, ਇਮਾਨਦਾਰ ਹੋ ਕੇ ਯੂਥ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ। ਮੈਂ ਤੁਹਾਨੂੰ ਇਹੀ ਤਾਂ ਕਹਿ ਰਿਹਾ ਵੀ ਅਗਰ ਯੂਥ ਦੇ ਡਾਕਾ ਮਾਰਿਆ ਹੋਇਆ, ਮੈਂ ਕਹਿੰਦਾ ਅਗਰ ਡਾਕਾ ਮਾਰਿਆ ਤਾਂ ਡਾਕਾ ਵਾਲਿਆਂ ਨੂੰ ਸਜ਼ਾ ਮਿਲੂਗੀ, ਡਾਕਾ ਵਾਲਿਆਂ ਨੂੰ ਸਜ਼ਾ ਮਿਲੂਗੀ। ਇਹਦੇ ਅੰਦਰ ਕੋਈ ਦੋ ਰਾਏ ਨਹੀਂ ਆ। ਪਰ ਹਰਜੋਤ ਬੈਂਸ ਜੱਜ ਨਹੀਂ ਆ ਨਾ ਵੀ ਅੱਜ ਉਹਨੇ ਜੋ ਕਹਿਤਾ ਉਹ ਸੱਚ ਆ। ਉਹਦੇ ਤੱਥ ਵੀ ਵੇਖਣੇ ਪੈਣਗੇ ਨਾ। ਮੈਂ ਤਾਂ ਅੱਜ ਵੀ ਤੁਹਾਨੂੰ ਕਹਿੰਦਾ ਵੀ ਅਗਰ ਜਿਹਨੇ ਡਾਕਾ ਮਾਰਿਆ ਉਹਨੂੰ ਸਜ਼ਾ ਮਿਲੂਗੀ। ਮੈਂ ਹਰਜੋਤ, ਇੱਕ ਸਜ਼ਾ ਪਾਰਟੀ ਵੱਲੋਂ ਹੋਣੀ ਚਾਹੀਦੀ ਹੈ, ਟਿਕਟ ਰੱਦ ਕਰਕੇ ਬਾਈ ਜੀ। ਅਗਰ ਥਲੀ ਜੀ ਨੇ ਇਹ ਪ੍ਰੈਸ ਕਾਨਫਰੰਸ ਕੀਤੀ ਹੁੰਦੀ, ਮੈਂ ਮੰਨ ਲੈਂਦਾ ਤੁਹਾਡਾ ਵੈਸਟਡ ਇੰਟਰਸਟ ਨਹੀਂ ਆ। ਮੈਂ ਤਾਂ ਇਹ ਕਹਿ ਸਕਦਾ ਨਾ, ਮੇਰਾ ਸਿਰਫ ਇਹ ਕਹਿਣ ਦਾ ਮਤਲਬ ਆ ਅਗਰ ਉਹਨਾਂ ਨੇ ਡਾਕਾ ਮਾਰਿਆ, ਅਗਰ ਉਹਨਾਂ ਨੇ ਇਹ ਸਭ ਕੁਝ ਕੀਤਾ ਤੇ ਫਿਰ ਮਾੜੀ ਗੱਲ ਆ। ਫਿਰ ਲੋਕ ਵੀ ਫੈਸਲਾ ਦੇ ਦੇਣਗੇ। ਹੁਣ ਪਾਰਟੀ ਨੇ ਜੋ ਫੈਸਲਾ ਕੀਤਾ ਉਹ ਦੇਖ ਲੈਂਦੇ ਆ, ਔਰ ਬਾਕੀ ਜੋ ਆਪਣਾ ਕਹਿੰਦੇ ਮੈਂ ਇਹ ਕਾਗਜ਼ ਪੱਤਰ ਵੇਖ ਲਾਂਗੇ। ਅਗਰ ਗਲਤ ਹੋਊਗਾ ਮੈਂ ਆਵਾਜ਼ ਚੱਕੂੰਗਾ। ਤੇ ਹੁਣ ਵੀ ਜਿਹੜੀਆਂ ਕਹਿੰਦੇ ਟਿਕਟਾਂ ਲੈ ਕੇ ਆਏ, ਬੜੀ ਜਦੋਜਹਿਦ ਹੋਈ ਹੈ। ਚਰਨਜੀਤ ਸਿੰਘ ਚੰਨੀ ਹੋਰੀ ਇੱਕ ਅਲੱਗ ਧੜਾ, ਨਵਜੋਤ ਸਿੰਘ ਅਲੱਗ ਧੜਾ ਹੋਇਆ ਪਿਆ। ਮੰਨਦੇ ਹੋ ਇਸ ਤਰ੍ਹਾਂ ਦੇ ਕੋਈ ਕੀ ਚੱਲ ਰਿਹਾ ਹੈ ਸਾਰਾ ਕੁਝ? ਨਹੀਂ, ਇਹੋ ਜਿਹਾ ਕੁਝ ਨਹੀਂ ਚੱਲ ਰਿਹਾ। ਅੱਛਾ, ਇੱਕ ਧੜਾ ਕਿਹੜਾ? ਕਾਂਗਰਸ ਦਾ। ਤੇ ਚਰਨਜੀਤ ਸਿੰਘ ਚੰਨੀ ਦੇ ਭਰਾ ਤਾਂ ਇੱਥੋਂ ਦਾਅਵੇਦਾਰੀ ਪੇਸ਼ ਕਰ ਰਹੇ ਸੀਗੇ, ਔਰ ਚੰਨੀ ਸਾਹਿਬ ਵੀ ਉਹਨਾਂ ਦਾ ਕਰ ਰਹੇ ਸੀ, ਪਰ GP ਨੂੰ ਟਿਕਟ ਦੇ ਦਿੱਤੀ ਜਾਂਦੀ ਹੈ। ਫਿਰ ਇੱਥੇ ਭਰਾ ਦਾ, ਇੱਥੇ ਰਾਜਨੀਤੀ 'ਚ ਪਿਓ ਪੁੱਤ ਦਾ ਨਹੀਂ ਕਈ ਵਾਰ ਸਾਥ ਦਿੰਦੇ। ਪਿਓ ਪੁੱਤ ਲੜ ਪੈਂਦੇ ਇੱਕ ਦੂਜੇ ਦੇ ਉਲਟੇ ਦਾ। ਇਹ ਮਤਲਬ ਥੋੜਾ ਵਾ ਵੀ ਆਪਣਾ ਕਹਿੰਦੇ ਉਹ ਬਾਕੀ ਸਾਰੇ ਦੀ ਜ਼ਿੰਮੇਵਾਰੀ ਆ। ਪਾਰਟੀ ਦੇ ਵਿੱਚ ਚੱਲਦਾ ਰਹਿੰਦਾ, ਪਾਰਟੀ ਦੇ ਵਿੱਚ ਚੱਲਦਾ ਰਹੂਗਾ। ਰਿਪੀਟ ਕਰ ਜਾਓਗੇ? 100% ਕਿ ਕਿਹਨਾਂ ਮੁੱਦਿਆਂ ਨੂੰ ਲੈ ਕੇ ਜੀ? ਮੁੱਦਿਆਂ ਨੂੰ ਲੈ ਕੇ, ਅਗਲੇ 5 ਸਾਲਾਂ ਨੂੰ ਲੈ ਕੇ ਲੋਕਾਂ 'ਚ ਵਿਸ਼ਵਾਸ ਆ ਵੀ ਇਹ ਕੰਮ ਕਰ ਸਕਦੇ ਆ। ਵੋਟ ਕੀ ਕਹਿ ਕੇ ਮੰਗਣ ਜਾਣਾ ਜੀ? ਇਹ ਪੰਜਾਬ ਨੂੰ ਸਮਝਦੇ ਆ, ਇਹ ਪੰਜਾਬ ਦੀ ਗੱਲ ਕਰਦੇ ਆ, ਪੰਜਾਬ ਦੇ ਲੋਕਾਂ ਦੀ ਗੱਲ ਕਰਨਗੇ। ਸਾਧਨ ਨਾ ਹੋਣ ਦੇ ਬਾਵਜੂਦ ਇਹ ਵਾਅਦੇ ਜਿਹੜੇ ਜਿਸ ਤਰੀਕੇ ਨਾਲ ਇਹਨਾਂ ਨੇ ਪੂਰੇ ਕੀਤੇ 111 ਦਿਨਾਂ ਦੇ ਵਿੱਚ, ਕਿਉਂਕਿ ਅੱਜ ਰਜੀਮ ਚੇਂਜ ਹੋ ਗਈ ਹੈ, ਉਹ 111 ਦਿਨਾਂ ਨੂੰ ਵੋਟ 111 ਦਿਨ ਕਿਉਂ ਦੇਖੀ ਜਾਂਦੇ ਹੋ? ਪਿਛਲੇ ਕਿਉਂਕਿ ਵੋਟ ਹੁਣ ਜਿਹੜੇ ਬੰਦੇ ਸਾਡੇ ਨਾਲ ਨਹੀਂ ਰਹੇ ਭਾਈ, ਜਿਹੜੇ ਨਾਲ ਸੀਗੇ, ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਲਈ ਚੋਣ ਪ੍ਰਚਾਰ ਕਰਦੇ ਰਹੇ, ਕੈਪਟਨ ਸੰਦੀਪ ਸੰਧੂ ਹੋਰੀ, ਉਹਨਾਂ ਨੂੰ ਤਾਂ ਟਿਕਟਾਂ ਦੇ ਰਹੀ ਹੈ ਨਾ ਪਾਰਟੀ। ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਕੈਪਟਨ ਸਾਹਿਬ ਦੀ ਟੀਮ ਇਹ ਲਾਤੀ ਤੁਸੀਂ? ਮੈਂ ਤੁਹਾਨੂੰ ਇਹ ਕਹਿ ਰਿਹਾ, ਕੈਪਟਨ ਸਾਹਿਬ ਨਹੀਂ ਹੈਗੇ ਨਾਲ ਅੱਜ। ਕੈਪਟਨ ਸਾਹਿਬ ਦੇ 78 MLA ਉਹਨਾਂ ਦੀ ਟੀਮ ਸੀ।
ਸਾਰੇ ਕੈਪਟਨ ਅਮਰਿੰਦਰ ਸਿੰਘ ਜਿੰਦਾਬਾਦ ਕਰਦੇ ਸੀ। ਹੂੰ ਅੱਜ ਜਦੋਂ ਉਹ ਵਾਅਦੇ ਨਹੀਂ ਪੂਰੇ ਕਰ ਰਹੇ ਸੀ ਤੇ ਫਿਰ ਪਾਰਟੀ ਨੇ ਹਿੰਮਤ ਰੱਖੀ ਉਹਨਾਂ ਨੂੰ ਲਾਹਣ ਦੀ ਹੂੰ ਬਈ ਭਾਵੇਂ ਉਹ ਪਾਰਟੀ ਦੇ ਲੋਕੀ ਚੱਲ ਜਾਂਦੇ ਉਹੀ ਗੱਲਾਂ ਬਾਤਾਂ ਬਣਾ ਕੇ, ਜਿਵੇਂ ਉਹ ਕਹ ਰਹੇ 92% ਵਾਅਦੇ ਪੂਰੇ ਕਰਤੇ, ਅਸੀਂ ਵੀ ਚੱਲ ਜਾਂਦੇ 92% ਵਾਅਦੇ ਪੂਰੇ ਕਰਤੇ ਔਰ ਲੋਕੀ ਆਪਣਾ ਫੈਸਲਾ ਦੇ ਦਿੰਦੇ। ਅੱਜ ਸਾਨੂੰ ਵੀ ਉਮੀਦ ਹੋਈ ਵੀ ਉਹਨਾਂ ਤੋਂ ਉਮੀਦ ਸੀ ਕੈਪਟਨ ਸਾਹਿਬ ਤੋਂ, ਕਹੇ ਨਹੀਂ ਆ ਕੈਪਟਨ ਸਾਹਿਬ ਨੇ ਕੱਖ ਵੀ ਨਹੀਂ ਕੀਤਾ, ਉਹਨਾਂ ਨੇ ਕੁਝ ਕੰਮ ਕੀਤੇ ਲੇਕਿਨ ਜਿਹੜੀਆਂ ਉਮੀਦਾਂ ਸੀ ਉਹਨਾਂ ਤੇ ਖਰੇ ਨਹੀਂ ਉਤਰੇ, ਇਸ ਕਰਕੇ ਉਹਨਾਂ ਨੂੰ ਲਾ ਦਿੱਤਾ ਗਿਆ। ਹੁਣ ਫਿਰ 111 ਦਿਨਾਂ ਚ ਅਗਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਕਾਂਗਰਸ ਪਾਰਟੀ ਨੇ ਕੰਮ ਕੀਤੇ ਤੇ ਅਸੀਂ ਉਹਨਾਂ ਤੇ ਵੋਟ ਕਿਉਂ ਨਾ ਮੰਗੀਏ? ਸਾਡਾ ਕੀ ਇਹਦੇ ਅੰਦਰ ਕੀ ਗੁਨਾਹ ਕਰਦੇ ਹਾਂ ਅਸੀਂ? ਇਹ ਸਾਡਾ ਹੱਕ ਆ। ਹੋਰ ਪਾਰਟੀ ਸੁਖਬੀਰ ਬਾਦਲ ਨੂੰ ਲਾ ਦੇਣਾ ਜਾਂ ਅਕਾਲੀ ਦਲ, ਅਗਰ ਉਹਨਾਂ ਨੇ 15 ਸੀਟਾਂ ਆਈਆਂ ਉਹਨਾਂ ਨੇ ਫਿਰ ਉਹਨੂੰ ਦੁਬਾਰਾ ਲਿਆਂਦਾ। ਉਹਨਾਂ ਨੇ ਤਾਂ ਉਹੀ ਕਿਹਾ ਵੀ ਭਾਵੇਂ ਸਾਡੀਆਂ 15 ਆਣ ਭਾਵੇਂ 5 ਆਣ, ਸਾਡਾ ਪ੍ਰਧਾਨ ਬਾਦਲ ਹੀ ਆ। ਉਹਨਾਂ ਨੇ ਤਾਂ ਇਹ ਕਹਿਤਾ ਨਾ, ਅਸੀਂ ਵੀ ਤਾਂ ਸਾਡਾ ਲੀਡਰ ਸੀ ਕੈਪਟਨ ਸਾਹਿਬ, ਅਸੀਂ ਕਿਹਾ ਨਹੀਂ ਭਾਈ ਤੁਸੀਂ ਬੇਸ਼ੱਕ ਸਾਡੇ ਨਾਲ ਤੁਹਾਡੇ ਨਿੱਜੀ ਸੰਬੰਧ ਜੋ ਮਰਜ਼ੀ ਹੋਣ ਲੇਕਿਨ ਤੁਸੀਂ ਲੋਕਾਂ ਦੀ ਉਮੀਦ ਤੇ ਖਰੇ ਨਹੀਂ ਉਤਰਦੇ। ਨਹੀਂ, ਅਕਾਲੀ ਦਲ ਸੁਖਬੀਰ ਬਾਦਲ ਦੇ ਸਾਰੇ ਮੰਨਦੇ ਆ ਵੀ ਬਾਦਲ ਪਰਿਵਾਰ ਦੇ ਘਰ ਤੋਂ ਸ਼ੁਰੂ ਹੁੰਦਾ ਤੇ ਇਸੇ ਤਰ੍ਹਾਂ ਕਾਂਗਰਸ ਨੂੰ ਮੰਨਿਆ ਜਾਂਦਾ ਸੋਨੀਆ ਗਾਂਧੀ ਦੇ ਘਰ ਤੋਂ ਜਾਂ ਰਾਹੁਲ ਗਾਂਧੀ ਦੇ। ਜੇ ਰਾਹੁਲ ਗਾਂਧੀ ਜਾਂ ਉਹਦੇ ਤੇ ਵੀ ਬਲੇਮ ਨੇ ਲੱਗਦੇ ਨੇ, ਹੁਣ ਤੱਕ ਜਿੱਤ ਨਹੀਂ ਪਾਏ, ਤੁਹਾਡੀਆਂ ਇੰਡੀਆ ਦੇ ਵਿੱਚ ਦੇਸ਼ ਦੇ ਵਿੱਚ ਤੁਹਾਡਾ ਕੀ ਹਾਲ ਹੋਇਆ ਸੀਗਾ? ਤਾਂ ਰਾਹੁਲ ਗਾਂਧੀ ਨੂੰ ਹਟਾ ਲਾਤੇ ਤੁਸੀਂ ਪ੍ਰਧਾਨਗੀ ਤੋਂ। ਬਿਲਕੁਲ, ਹੁਣ ਸੁਣੋ ਗੱਲ, ਸੁਖਬੀਰ ਬਾਦਲ ਔਰ ਇਹਨਾਂ ਦੋਵਾਂ 'ਚ ਦੋ ਫਰਕ। ਦੱਸੋ। 2004 'ਚ ਸਰਕਾਰ ਆ ਗਈ ਕਾਂਗਰਸ ਪਾਰਟੀ ਦੀ, ਹਾਂ, ਪ੍ਰਧਾਨ ਮੰਤਰੀ ਕੌਣ ਸੀ? ਮਨਮੋਹਨ ਸਿੰਘ। ਸੁਖਬੀਰ ਬਾਦਲ ਦੀ ਸਰਕਾਰ ਆਊਗੀ, ਮੁੱਖ ਮੰਤਰੀ ਕੌਣ ਹੋਊਗਾ? ਬਾਦਲ। ਪਾਰਟੀ ਔਰ ਸਰਕਾਰ ਵੱਖਰੀ ਵੱਖਰੀ ਚੱਲਦੀ ਸੀ। ਰਾਹੁਲ ਗਾਂਧੀ ਪ੍ਰਧਾਨ ਮੰਤਰੀ ਸੀ, ਰਾਹੁਲ ਗਾਂਧੀ ਮੰਤਰੀ ਸੀ। ਰਾਹੁਲ ਗਾਂਧੀ ਪਾਰਟੀ ਦਾ ਵਿੱਚ ਸਾਡਾ ਹੱਕ ਆ, ਅਸੀਂ ਕਿਹਨੂੰ ਚਲਾਣਾ। ਫਿਰ ਟਿਕਟਾਂ ਉੱਥੋਂ ਕਿਉਂ ਹੁੰਦੀਆਂ? ਇਹ ਸਾਡੀ ਪਾਰਟੀ ਦਾ ਹੁਣ ਇੱਥੇ ਡਿਸੀਜਨ ਮੇਕਰ ਨਹੀਂ ਛੱਡ ਸਕਦੇ ਕੋਈ? ਪੰਜਾਬ ਲੋਕ ਚੈਨਲ ਵਿੱਚ ਹਾਂਜੀ ਆਪਣਾ ਕੀ ਕਹਿੰਦੇ ਕੈਮਰਾਮੈਨ ਕੌਣ ਹੋਊਗਾ, ਐਡੀਟਰ ਕੌਣ ਹੋਊਗਾ, ਰਿਪੋਰਟਰ ਕੌਣ ਹੋਊਗਾ? ਮੈਂ ਨਹੀਂ ਕਰਦਾ ਫਾਈਨਲ। ਮੈਂ ਨਹੀਂ ਕਰਦਾ। ਕੌਣ ਕਰਦਾ ਫਾਈਨਲ? ਇੱਕ ਬੰਦਾ ਹੈ ਰੱਖਿਆ ਹੋਇਆ, ਉਹ ਕਰਦਾ ਨਾ। ਇੱਕ ਬੰਦਾ ਫਾਈਨਲ, ਇੱਕ ਬੰਦਾ ਕਰਦਾ ਨਾ। ਉਹ ਤੁਹਾਡਾ ਹੱਕ ਆ ਨਾ। ਉਹ ਬਰਿੰਦਰ ਢਿੱਲੋਂ ਥੋੜਾ ਦੱਸੂਗਾ ਵੀ ਥਲੀ ਉਹ ਤੁਹਾਡਾ ਚੈਨਲ ਹੈ ਨਾ। ਜੇ ਮੇਰਾ ਕੈਮਰਾਮੈਨ ਮੈਂ ਅੰਮ੍ਰਿਤਸਰ 'ਚ ਰੱਖਣਾ ਤਾਂ ਉਹਨੂੰ ਫੋਨ ਕਰਦਾ, ਬਾਈ ਸਪੈਸ਼ਲ ਵੀ ਅੰਮ੍ਰਿਤਸਰ ਸਾਡਾ ਇਹ ਹੈਡ ਆ, ਇਹਦੇ ਨਾਲ ਗੱਲ ਕਰੋ। ਕੋਈ ਤਾਂ ਕਰਦਾ। ਇਸ ਤਰ੍ਹਾਂ ਪ੍ਰਧਾਨ ਹੈਗੇ ਨੇ, ਹੈਗੇ ਨਾ ਸਿੱਧੂ ਸਾਹਿਬ ਹੈਗੇ ਆ, ਮੈਂ ਕਰਨ ਫਾਈਨਲ। ਇੱਕ ਮਿੰਟ, ਹਾਂਜੀ ਪ੍ਰਧਾਨ ਹੈਗੇ ਆ ਨਾ ਸਿੱਧੂ ਸਾਹਿਬ। ਤੁਹਾਨੂੰ ਕੀ ਪਤਾ ਸਿੱਧੂ ਸਾਹਿਬ ਫਾਈਨਲ ਨਹੀਂ ਕਰਦੇ? ਆਪਣਾ ਕੀ ਕਹਿੰਦੇ 117 ਸੀਟਾਂ ਵਾ, 117 ਸੀਟਾਂ ਦੇ ਉੱਤੇ ਸਿੱਧੂ ਸਾਹਿਬ ਨੇ ਮੰਨ ਲਓ ਆਪਣਾ ਵੇਰਵਾ ਦਿੱਤਾ ਵੀ ਮੈਂ ਆਹ 25 ਬੰਦੇ ਲੜਾਣੇ ਆ। ਜੇ 25 ਚੋਂ ਉਹਨਾਂ ਦੇ 20 ਲੜ ਜਾਣ, 5 ਉਹ ਕਹਿਣ ਦਿੱਲੀ ਵਾਲੇ ਕਹਿਣ, ਦਿੱਲੀ ਤੋਂ ਵੀ ਸਾਡੀ ਪਾਰਟੀ ਆ ਨਾ, ਉੱਥੇ ਵੀ ਬੜੇ ਬੰਦਿਆਂ ਨੇ ਧਰਨੇ ਮਾਰੇ ਆ, ਬੜੇ ਬੰਦਿਆਂ ਨੇ ਧੱਕੇ ਖਾਦੇ ਆ, ਬੜੇ ਬੰਦਿਆਂ ਨੂੰ ਪਾਰਟੀ ਦੇ ਉੱਥੇ ਕੰਟਰੀਬਿਊਸ਼ਨ ਕੀਤੀ ਆ। ਇਹ ਪਾਰਟੀ ਦੇ ਇੱਕ ਢਾਂਚੇ ਆਪਣੇ ਆਪਣੇ, ਤੁਹਾਡੀ ਆਰਗੇਨਾਈਜੇਸ਼ਨ ਦਾ ਤੁਹਾਡਾ ਢਾਂਚਾ, ਸਾਡੀ ਆਰਗੇਨਾਈਜੇਸ਼ਨ ਦਾ ਸਾਡਾ ਢਾਂਚਾ। ਜਦੋਂ ਕਾਂਗਰਸ ਵਾਲਿਆਂ ਨੂੰ ਕੋਈ ਇਤਰਾਜ਼ ਨਹੀਂ, ਪਰ ਵਿਰੋਧੀ ਤਾਂ ਸਵਾਲ ਕਹਿੰਦੇ ਆ ਨਾ, ਉਹ ਕਹਿੰਦੇ ਵੀ ਦਿੱਲੀ ਤੋਂ ਹੀ ਕਿਉਂ ਟਿਕਟਾਂ ਹੁੰਦੀਆਂ? ਨਹੀਂ ਤੁਸੀਂ ਗੱਲ ਸਮਝੋ, ਪਾਰਟੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਕਿਸੇ ਨੂੰ। ਸਰਕਾਰ ਜਿਹੜੀ ਆ ਉਹ ਦਿੱਲੀ ਤੋਂ ਨਹੀਂ ਚੱਲਣੀ ਚਾਹੀਦੀ। ਪਾਰਟੀ ਸਾਡੀ ਆ, ਉਹਦੇ ਵਿੱਚ ਢਾਂਚਾ ਵਾ ਇੱਕ, ਉਹ ਸਾਡਾ ਕਾਂਗਰਸ ਪ੍ਰੈਜ਼ੀਡੈਂਟ ਹੀ ਡਿਸਾਈਡ ਕਰਨਗੇ ਟਿਕਟਸ, ਸੈਂਟਰਲ ਇਲੈਕਸ਼ਨ ਕਮੇਟੀ ਡਿਸਾਈਡ ਕਰੂਗੀ ਟਿਕਟਸ, ਉਹ ਢਾਂਚੇ ਬਣੇ ਹੋਏ ਆ। ਲੇਕਿਨ ਸਰਕਾਰ ਦੇ ਵਿੱਚ ਮੁੱਖ ਮੰਤਰੀ ਚਲਾਉਂਦੇ ਆ, ਉਹ ਰਿਮੋਟ ਕੰਟਰੋਲ ਨਾਲ ਦਿੱਲੀੋਂ ਨਹੀਂ ਚੱਲਣਾ ਚਾਹੀਦਾ। ਇਹ ਦੋ ਚੀਜ਼ਾਂ 'ਚ ਫਰਕ ਆ, ਸਰਕਾਰ ਚਲਾਉਣ 'ਚ ਔਰ ਪਾਰਟੀ ਚਲਾਉਣ 'ਚ, ਜੋ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ। ਅਗਰ ਤੁਸੀਂ ਕਹੋ ਵੀ ਸਰਕਾਰ ਜਿਹੜੀ ਆ ਉਹ ਆਪਣਾ ਕਹਿੰਦੇ ਸੋਨੀਆ ਜੀ ਜਾਂ ਰਾਹੁਲ ਜੀ ਚਲਾਉਣਗੇ, ਉਹ ਗਲਤ ਆ। ਸਰਕਾਰ ਮੁੱਖ ਮੰਤਰੀ ਚਲਾਊਗਾ। ਕਿੰਨੀਆਂ ਸੀਟਾਂ ਲੈ ਕੇ ਜਾਓਗੇ 117 ਚੋਂ? ਮੈਨੂੰ ਆਪਣੀ ਸੀਟ ਦਾ ਆਪਣਾ ਕਹਿੰਦੇ ਸਹੀ ਰਿਜ਼ਲਟ ਪਤਾ ਹੋਵੇ, ਇਹ ਬਹੁਤ ਵੱਡੀ ਗੱਲ ਹੁੰਦੀ ਆ। ਮੈਂ ਜ਼ਿਆਦਾ ਕੀ ਕਹਿ ਸਕਦਾ। ਹੁਣ ਤੁਸੀਂ ਕਹਿੰਦੇ ਸੀ ਮੈਂ ਜਿੱਤ ਜਾਣਾ, ਤੁਸੀਂ ਕਹਿੰਦੇ ਹੁਣ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਅਗਰ ਮੈਂ ਜਿੱਤ ਜਾਣਾ, ਪਰ ਮੈਨੂੰ ਇਹ ਨਹੀਂ ਪਤਾ ਮੈਂ ਵੋਟਾਂ ਕਿੰਨੀਆਂ ਤੋਂ ਜਿੱਤਣਾ। ਫਿਰ ਸੀਟਾਂ ਤਾਂ ਦੱਸ ਦਿਓ, ਮੈਂ ਕਿਹੜਾ ਤੋਂ ਗਿਣਤੀ ਮੰਗੀ ਹੈ। ਮੈਂ ਇਹ ਕਹਿ ਰਿਹਾ ਇਹ ਇੰਨਾ ਬਰੀਕੀ ਜਾਣ ਤੋਂ ਬਾਅਦ ਮੈਨੂੰ ਇਹ ਪਤਾ ਮੈਂ ਜਿੱਤ ਰਿਹਾ, ਪਰ ਮੈਨੂੰ ਵੋਟਾਂ ਦਾ ਡਿਫਰੈਂਸ ਨਹੀਂ ਪਤਾ। ਉਵੇਂ ਮੈਂ ਪੰਜਾਬ ਦੇ ਵਿੱਚ ਤੁਹਾਨੂੰ ਕੀ ਪਤਾ ਕਿਵੇਂ ਡਿਫਰੈਂਸ ਆਂਦਾ। ਬਾਈ ਹੁਣ ਤਾਂ ਜਦੋਂ ਤੁਸੀਂ ਇੰਨਾ ਸ਼ੋਰ ਹੋ, ਜਦੋਂ ਤੁਸੀਂ ਇਹ ਵੀ ਕਹਿੰਦੇ ਹੋ ਵੀ ਮੈਂ ਚਾਹੇ ਹਾਰਨਾ ਹੀ ਹੋਵਾਂ, ਰੱਬ ਨਾ ਕਰੇ ਮੈਂ ਹਾਰਾਂ, ਪਰ ਮੈਂ ਇਹ ਸੋਚਿਆ ਨਹੀਂ, ਤਾਂ ਤੁਸੀਂ 117 ਚੋਂ 117 ਵੀ ਕਹਿ ਸਕਦੇ? ਮੈਂ ਵੀ ਨਹੀਂ ਸੋਚਿਆ। ਜਦੋਂ ਤੁਸੀਂ ਪੋਜ਼ਿਟਿਵ ਹੀ ਹੋ, ਫਿਰ ਬਾਈ ਤੂੰ ਕਹਿ ਦੇਣਾ ਅੱਛਾ ਜੇ ਨਾ ਆਈ ਤੇ ਫਿਰ ਮੈਂ ਪੁੱਛੂੰਗਾ, ਫਿਰ ਤੂੰ ਬਾਅਦ ਫਿਰ ਘੇਰਾ ਖੜਾ ਹੋ ਜਾਏਗਾ। ਸੋ ਮੇਰਾ ਮੈਂ ਸੋਚਿਆ ਹੀ ਨਹੀਂ। ਮੈਂ ਤਾਂ ਵੱਧ ਤੋਂ ਵੱਧ ਆਪਣਾ ਕਹਿੰਦੇ ਆਪਣੀ ਸੀਟ ਬਾਰੇ ਦੱਸ ਸਕਦਾ ਜਿੱਥੇ ਮੈਂ ਕੰਮ ਕੀਤਾ। ਹੁਣ ਤੁਸੀਂ ਮੰਨ ਲਓ ਮੇਰੇ ਬਲਾਚੌਰ 'ਚ ਦੋਸਤ ਆ ਜਾਂ ਮੇਰੇ ਖਰੜ 'ਚ ਕੋਈ ਦੋਸਤ ਆ, ਮੈਂ ਉਹਨਾਂ ਤੋਂ ਪੁੱਛ ਲੂੰਗਾ। 4 ਕਹਿ ਦੇਣਗੇ ਬਾਈ ਆਹ ਜਿੱਤਦਾ, 5 ਕਹਿ ਦੇਣਗੇ ਆਹ ਜਿੱਤਦਾ, 10-12 ਕਹਿ ਦੇਣਗੇ ਉਹ ਜਿੱਤਦਾ। ਫਿਰ ਉਹਨਾਂ 'ਚੋਂ ਇੱਕ ਵੇਰਵਾ ਜਿਹਾ ਕੱਢ ਲਈਦਾ ਵੀ ਬਾਈ ਇਹ 10-12 ਕਹਿ ਰਿਹਾ ਸ਼ਾਇਦ ਇਹੀ ਜਿੱਤਦਾ ਹੋਵੇ।
ਸੋ ਇਹ ਕੋਈ ਮੇਰੇ ਕੋਲ ਕੋਈ ਥਰਮੋਮੀਟਰ ਜਾਂ ਉਹ ਤਾਂ ਹੈ ਨਹੀਂ ਵੀ ਮੈਂ ਦੱਸਦਾ, ਔਰ ਨਾ ਇਹਦੇ ਨਾਲ ਕੋਈ ਫਰਕ ਪੈਣਾ। ਲੇਕਿਨ ਹਾਂ, ਕਾਂਗਰਸ ਪਾਰਟੀ ਆ 86 ਸੀਟਾਂ ਵਾਲੀ ਸਰਕਾਰ ਬਣਾ ਜੂਗੀ। ਅਗਲੀਆਂ 30 ਦੀ ਵੀ ਲੋੜ ਨਾ ਪਵੇ, ਇਹ 86 ਬਹੁਤ ਹੈਗੇ ਇਸ ਟਾਈਮ। ਕਾਹਨੂੰ ਫਿਰ ਲਿਸਟ ਜਾਰੀ ਕਰਨੀ ਹੈ ਜੀ? ਉਹ ਬਾਕੀ ਲੜਾਣੇ ਤਾਂ ਹੈ। ਸੋ ਬਿਲਕੁਲ ਇਹ ਸੀ ਵਰਿੰਦਰ ਢਿੱਲੋਂ, ਜਿਨ੍ਹਾਂ ਨੇ ਦਾਅਵਾ ਕੀਤਾ ਵੀ ਪਹਿਲੀ ਸੂਚੀ ਦੇ ਵਿੱਚ ਹੀ ਜਿਹੜੇ ਉਮੀਦਵਾਰ ਹੈਗੇ ਆ ਉਹੀ ਸਰਕਾਰ ਬਣਾਉਣ ਦਾ ਦਮ ਰੱਖਦੇ ਨੇ। ਪਰ ਇਹ ਹੁਣ 10 ਮਾਰਚ ਨੂੰ ਚੋਣ ਨਤੀਜੇ ਤੋਂ ਬਾਅਦ ਹੀ ਪਤਾ ਲੱਗੇਗਾ। ਮਨਵਿੰਦਰ ਸਿੰਘ ਟਵਾਣਾ, ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।